ਦੋਸਤੋ ਇਹ ਕਿਤਾਬ ਵਾਕਿਆ ਹੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ, ਪਰ ਇਹ ਜ਼ਿੰਦਗੀ ਉਦੋਂ ਹੀ ਬਦਲ ਸਕਦੀ ਹੈ ਜੇ ਤੁਸੀਂ ਇਸ ਕਿਤਾਬ ਅੰਦਰ ਛੁਪੇ ਰਹੱਸ ਨੂੰ ਸਮਝ ਪਾਉਂਦੇ ਹੋ। ਤੁਸੀਂ ਜੋ ਵੀ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਹੋ, ਪਾਉਣਾ ਚਾਹੁੰਦੇ ਹੋ, ਕਰ ਸਕਦੇ ਹੋ, ਪਾ ਸਕਦੇ ਹੋ। ਇਹ ਕਿਤਾਬ ਹੀ ਤੁਹਾਨੂੰ ਰਸਤਾ ਦਿਖਾਏਗੀ। ਤੁਸੀਂ ਯਕੀਨ ਵੀ ਨਹੀਂ ਕਰ ਸਕਦੇ ਕਿ ਕੋਈ ਇਵੇਂ ਦੀ ਵੀ ਕਿਤਾਬ ਹੋ ਸਕਦੀ ਹੈ ਜਿਸ ਨੂੰ ਪੜ੍ਹ ਕੇ ਜਾਂ ਸੁਣ ਕੇ ਤੁਸੀਂ ਕਰੋੜਾਪਤੀ ਬਣ ਸਕਦੇ ਹੋ ਜਾਂ ਹੋਰ ਵੀ ਜੋ ਪਾਉਣਾ ਚਾਹੋ ਪਾ ਸਕਦੇ ਹੋ। ਦੁਨੀਆ ਦਾ ਹਰ ਸਫਲ ਇਨਸਾਨ ਇਸ ਕਿਤਾਬ ਨੂੰ ਪੜ੍ਹਨ ਦੀ ਸਲਾਹ ਦਿੰਦਾ ਹੈ। ਵੈਸੇ ਤਾਂ ਇਹ ਕਿਤਾਬ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ, ਯਾਨੀ ਕਰੋੜਾਂ ਹੀ ਲੋਕਾਂ ਨੇ ਇਹ ਕਿਤਾਬ ਪੜ੍ਹੀ ਹੈ। ਪਰ ਉਹ ਕਰੋੜਾਂ ਹੀ ਪੜ੍ਹਨ ਵਾਲੇ ਸਫਲ ਜਾਂ ਅਮੀਰ ਨਹੀਂ ਹੋਏ, ਕਿਉਂਕਿ ਉਹਨਾਂ ਨੇ ਸਿਰਫ ਇਸ ਕਿਤਾਬ ਨੂੰ ਪੜ੍ਹਿਆ ਹੀ ਹੈ। ਇਸ ਰਹੱਸ ਨੂੰ ਪਹਿਚਾਨਣਾ ਤੇ ਉਸ ਤੇ ਅਮਲ ਕਰਨਾ ਸ਼ਾਇਦ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸੋ ਦੋਸਤੋ, ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਇਸ ਕਿਤਾਬ ਵਿਚਲੇ ਰਹੱਸ ਨੂੰ ਸਮਝ ਪਾਉਂਦੇ ਹੋ ਜਾਂ ਉਸ ਉੱਤੇ ਅਮਲ ਕਰ ਪਾਉਂਦੇ ਹੋ ਕਿ ਨਹੀਂ। ਜੇ ਤੁਸੀਂ ਇਸ ਰਹੱਸ ਉੱਤੇ ਅਮਲ ਕਰ ਪਾਉਂਦੇ ਹੋ ਤਾਂ ਤੁਹਾਨੂੰ ਤੁਹਾਡੀ ਮੰਜ਼ਿਲ ਪਾਉਣ ਤੋਂ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਸੋ ਦੋਸਤੋ, ਆਪਾਂ ਕਿਤਾਬ ਸ਼ੁਰੂ ਤੋਂ ਸ਼ੁਰੂ ਕਰਾਂਗੇ, ਯਾਨੀ ਆਪਾਂ ਫਸਟ ਚੈਪਟਰ ਤੋਂ ਵੀ ਪਹਿਲਾਂ ਕਿਤਾਬ ਦੇ ਰਾਈਟਰ ਨੈਪੋਲੀਅਨ ਹਿਲ ਨੇ ਕਿਤਾਬ ਬਾਰੇ ਜੋ ਵੀ ਦੱਸਿਆ ਹੈ ਕਿ ਇਹ ਕਿਤਾਬ ਕਿਉਂ ਲਿਖੀ ਗਈ ਜਾਂ ਹੋਰ ਵੀ ਜਿਹੜੀ ਵੀ ਜਾਣਕਾਰੀ ਦਿੱਤੀ ਹੈ ਉਸ ਦੇ ਬਾਰੇ ਪਹਿਲਾਂ ਆਪਾਂ ਪੜ੍ਹਾਂਗੇ, ਜਾਣਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਦਾ ਫਸਟ ਚੈਪਟਰ ਸ਼ੁਰੂ ਕਰਾਂਗੇ। ਸੋ ਪਹਿਲਾਂ ਗੱਲ ਕਰਦੇ ਹਾਂ ਪ੍ਰਕਾਸ਼ਕ ਦੀ ਪ੍ਰਸਤਾਵਨਾ। ਸੋਚੋ ਅਤੇ ਅਮੀਰ ਬਣੋ ਉਹਨਾਂ ਅਤਿਅੰਤ ਪ੍ਰਭਾਵਸ਼ਾਲੀ ਪੁਸਤਕਾਂ ਵਿੱਚੋਂ ਇੱਕ ਹੈ ਜਿਹੜੀ ਵਿਅਕਤੀਗਤ ਉਪਲਬਧੀ ਦੀ ਰਾਹ ਦੱਸਦੀ ਹੈ। ਇਹ ਦੱਸਦੀ ਹੈ ਕਿ ਤੁਸੀਂ ਆਰਥਿਕ ਸੁਤੰਤਰਤਾ ਕਿਵੇਂ ਪ੍ਰਾਪਤ ਕਰ ਸਕਦੇ ਹੋ ਅਤੇ ਉਹ ਸਮਰਿੱਧੀ ਵੀ ਜਿਸ ਨੂੰ ਪੈਸਿਆਂ ਦੇ ਪੈਮਾਨੇ ਉੱਪਰ ਨਹੀਂ ਮਾਪਿਆ ਜਾ ਸਕਦਾ। ਇਸ ਤਰ੍ਹਾਂ ਦੀ ਹੋਰ ਕੋਈ ਪੁਸਤਕ ਨਾ ਤੇ ਅੱਜ ਤੱਕ ਹੋਈ ਹੈ ਤੇ ਨਾ ਹੀ ਕਦੇ ਹੋ ਸਕਦੀ ਹੈ। ਇਸ ਦੀ ਪ੍ਰੇਰਣਾ ਐਂਡਰਿਊ ਕਾਰਨੇਗੀ ਨੇ ਦਿੱਤੀ ਸੀ, ਜਿਨ੍ਹਾਂ ਨੇ ਕਈ ਸਾਲ ਪਹਿਲਾਂ ਇਸ ਪੁਸਤਕ ਦੇ ਲੇਖਕ ਨੈਪੋਲੀਅਨ ਹਿਲ ਨੂੰ ਵਿਅਕਤੀਗਤ ਉਪਲਬਧੀ ਦਾ ਆਪਣਾ ਫਾਰਮੂਲਾ ਦੱਸਿਆ ਸੀ। ਕਾਰਨੇਗੀ ਨੇ ਨਾ ਤਾਂ ਸਿਰਫ ਖੁਦ ਨੂੰ ਅਰਬਪਤੀ ਬਣਾ ਲਿਆ, ਬਲਕਿ ਉਹਨਾਂ ਨੇ ਉਹਨਾਂ ਅਨੇਕਾਂ ਲੋਕਾਂ ਨੂੰ ਵੀ ਕਰੋੜਪਤੀ ਬਣਵਾ ਦਿੱਤਾ ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਰਹੱਸ ਸਿਖਾਇਆ ਸੀ। 500 ਹੋਰ ਅਮੀਰ ਲੋਕਾਂ ਨੇ ਨੈਪੋਲੀਅਨ ਹਿਲ ਦੇ ਸਾਹਮਣੇ ਆਪਣੀ ਅਮੀਰੀ ਦੇ ਸਰੋਤਾਂ ਨੂੰ ਪ੍ਰਗਟ ਕੀਤਾ। ਨੈਪੋਲੀਅਨ ਹਿਲ ਨੇ ਇਸ ਰਿਸਰਚ ਵਿੱਚ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਕਿ ਉਹ ਇਹਨਾਂ ਸਫਲ ਲੋਕਾਂ ਦੇ ਸੁਨੇਹੇ ਨੂੰ ਜੀਵਨ ਦੇ ਹਰ ਖੇਤਰ ਦੇ ਇਹੋ ਜਿਹੇ ਲੋਕਾਂ ਤੱਕ ਪਹੁੰਚਾ ਸਕਣ ਜਿਹੜੇ ਅਮੀਰੀ ਦੇ ਏਵਜ਼ ਵਿੱਚ ਆਪਣੇ ਵਿਚਾਰ ਅਤੇ ਸੁਵਿਵਸਥਿਤ ਯੋਜਨਾਵਾਂ ਬਣਾਉਣ ਦੇ ਚਾਹਵਾਨ ਹੋਣ। ਹਜ਼ਾਰਾਂ ਲੋਕਾਂ ਨੇ ਅਮੀਰੀ ਹਾਸਲ ਕਰਨ ਲਈ ਇਸ ਪ੍ਰਸਿੱਧ ਫਲਸਫੇ ਦਾ ਪ੍ਰਯੋਗ ਕੀਤਾ ਹੈ। ਇਸ ਦੇ ਰਹੱਸ ਅੱਜ ਵੀ ਓਨੇ ਹੀ ਮਹਾਨ ਅਤੇ ਵਿਹਾਰਕ ਜਾਂ ਅਮਲੀ ਹਨ। ਇਸ ਨਵੀਂ ਛਾਪ ਵਿੱਚ ਸਫਲਤਾ ਦਿਲਾਉਣ ਵਾਲੇ ਸਾਰੇ ਫਲਸਫਿਆਂ ਅਤੇ ਫਾਰਮੂਲਿਆਂ ਨੂੰ ਉਹਨਾਂ ਸਾਰੇ ਲੋਕਾਂ ਲਈ ਸੌਖਾ ਬਣਾਇਆ ਗਿਆ ਹੈ ਜਿਹੜੇ ਪੈਸੇ ਕਮਾਉਣ ਦੀ ਪ੍ਰਬਲ ਇੱਛਾ ਰੱਖਦੇ ਅਤੇ ਖੁਸ਼ਹਾਲ ਅਧਿਆਤਮਕ ਸੰਤੁਸ਼ਟੀ ਹਾਸਲ ਕਰਨਾ ਚਾਹੁੰਦੇ ਹਨ, ਜਿਹੜੀ ਉਪਲਬਧੀ ਦੀ ਪੌੜੀ ਹੈ। ਸੋਚੋ ਅਤੇ ਅਮੀਰ ਬਣੋ ਮੁੱਖ ਤੌਰ ਤੇ ਕੀ ਕਰੋ ਅਤੇ ਕਿਵੇਂ ਕਰੋ ਲਈ ਪੁਸਤਕ ਹੈ। ਆਪਣੇ ਆਪ ਲਈ ਦਿਸ਼ਾ ਦਾ ਨਿਰਧਾਰਨ, ਸੁਵਿਵਸਥਿਤ ਯੋਜਨਾ, ਆਤਮ ਸੁਝਾਅ, ਮਾਸਟਰਮਾਈਂਡ ਸਹਿਯੋਗ, ਆਤਮ ਵਿਸ਼ਲੇਸ਼ਣ ਦਾ ਅਦਭੁਤ ਸਿਸਟਮ, ਆਪਣੀ ਵਿਅਕਤੀਗਤ ਸੇਵਾਵਾਂ ਵੇਚਣ ਦੀ ਵਿਸਤ੍ਰਿਤ ਯੋਜਨਾ ਅਤੇ ਹੋਰ ਬਹੁਤ ਸਾਰੀਆਂ ਉਪਯੋਗੀ ਸਮੱਗਰੀ। ਤੁਹਾਨੂੰ ਇਸ ਵਿੱਚ ਇਹ ਸਾਰਾ ਕੁਝ ਮਿਲੇਗਾ। ਇਹ ਉਹਨਾਂ ਮਹਾਨ ਲੋਕਾਂ ਦੇ ਅਨੁਭਵਾਂ ਦਾ ਸਾਰ ਹੈ ਜਿਨ੍ਹਾਂ ਦੀ ਸਫਲਤਾ ਇਸ ਪੁਸਤਕ ਦੀ ਅਹਿਮੀਅਤ ਨੂੰ ਪ੍ਰਮਾਣਿਤ ਕਰਦੀ ਹੈ। ਤੁਹਾਡੀ ਪਹੁੰਚ ਅੰਦਰ ਜਿਹੜੀ ਅਮੀਰੀ ਹੈ ਉਸ ਨੂੰ ਹਮੇਸ਼ਾ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ। ਸਥਾਈ ਮਿੱਤਰਤਾ, ਸੁਖੀ ਪਰਿਵਾਰਕ ਸੰਬੰਧ, ਬਿਜ਼ਨਸ ਸਹਿਯੋਗੀਆਂ ਵਿਚਕਾਰ ਸਹਾਨੁਭੂਤੀ, ਸਿਆਣਪ ਅਤੇ ਆਂਤਰਿਕ ਸਦਭਾਵ ਜਿਹੜੇ ਮਨ ਨੂੰ ਸ਼ਾਂਤੀ ਦਿਲਾਉਂਦੇ ਹਨ, ਇਹਨਾਂ ਨੂੰ ਕੇਵਲ ਅਧਿਆਤਮਿਕ ਮੁੱਲ ਦੇ ਤਰਾਜੂ ਦੇ ਅੰਦਰ ਤੋਲਿਆ ਜਾ ਸਕਦਾ ਹੈ। ਸੋਚੋ ਅਤੇ ਅਮੀਰ ਬਣੋ ਦਾ ਫਿਲਾਸਫੀ ਤੁਹਾਨੂੰ ਇਸ ਗੱਲ ਲਈ ਤਿਆਰ ਕਰੇਗੀ ਕਿ ਤੁਸੀਂ ਉਸ ਸੱਚੀ ਦੌਲਤ ਵੱਲ ਆਕਰਸ਼ਿਤ ਹੋਵੋ ਅਤੇ ਉਸ ਦਾ ਆਨੰਦ ਲਓ ਜਿਹੜਾ ਉਹਨਾਂ ਲੋਕਾਂ ਨੂੰ ਨਾ ਤਾਂ ਅੱਜ ਤੱਕ ਦਿੱਤਾ ਗਿਆ ਹੈ ਅਤੇ ਨਾ ਹੀ ਅੱਗੇ ਦਿੱਤਾ ਜਾਵੇਗਾ ਜਿਹੜੇ ਇਹਨਾਂ ਲਈ ਤਿਆਰ ਨਹੀਂ ਹਨ। ਜਦੋਂ ਤੁਸੀਂ ਸੋਚੋ ਅਤੇ ਅਮੀਰ ਬਣੋ ਦੇ ਫਲਸਫੇ ਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰੋ ਤਾਂ ਜੀਵਨ ਅੰਦਰ ਪਰਿਵਰਤਨ ਲਈ ਤਿਆਰ ਰਹੋ। ਇਹ ਫਲਸਫਾ ਨਾ ਸਿਰਫ ਤੁਹਾਡੇ ਜੀਵਨ ਦੇ ਤਣਾਅ ਅਤੇ ਦੁੱਖਾਂ ਨੂੰ ਘੱਟ ਕਰ ਦੇਵੇਗਾ, ਬਲਕਿ ਭੌਤਿਕ ਸੰਪਤੀ ਹਾਸਲ ਕਰਨ ਲਈ ਵੀ ਤੁਹਾਨੂੰ ਤਿਆਰ ਕਰੇਗਾ। ਲੇਖਕ ਵੱਲੋਂ ਕੁਝ ਸ਼ਬਦ। ਇਹ ਪੁਸਤਕ ਦੇ ਹਰ ਭਾਗ ਵਿੱਚ ਧਨ ਕਮਾਉਣ ਦਾ ਉਹ ਰਹੱਸ ਦੱਸਿਆ ਗਿਆ ਹੈ ਜਿਸ ਨੇ ਦੌਲਤਮੰਦ ਬਣਾਉਣ ਲਈ ਸੈਂਕੜੇ ਲੋਕਾਂ ਦੀ ਮਦਦ ਕੀਤੀ ਹੈ, ਜਿਨ੍ਹਾਂ ਦਾ ਮੈਂ ਕਈ ਸਾਲਾਂ ਤੱਕ ਬਹੁਤ ਸਾਵਧਾਨੀ ਨਾਲ ਵਿਸ਼ਲੇਸ਼ਣ ਕੀਤਾ ਹੈ। ਇਹ ਰਹੱਸ ਵੱਲ ਮੇਰਾ ਧਿਆਨ ਐਂਡਰਿਊ ਕਾਰਨੇਗੀ ਨੇ ਅੱਧੀ ਸਦੀ ਤੋਂ ਵੀ ਪਹਿਲਾਂ ਖਿੱਚਿਆ ਸੀ। ਦੋਸਤੋ, ਐਂਡਰਿਊ ਕਾਰਨੇਗੀ ਆਪਣੇ ਸਮੇਂ ਵਿੱਚ ਅਰਬਾਂਪਤੀ ਇਨਸਾਨ ਸਨ। ਸੋ ਇਸ ਲਈ ਇੱਥੇ ਲੇਖਕ ਨੈਪੋਲੀਅਨ ਹਿਲ ਕਹਿ ਰਹੇ ਹਨ ਕਿ ਇਸ ਰਹੱਸ ਵੱਲ ਮੇਰਾ ਧਿਆਨ ਐਂਡਰਿਊ ਕਾਰਨੇਗੀ ਨੇ ਅੱਧੀ ਸਦੀ ਤੋਂ ਵੀ ਪਹਿਲਾਂ ਖਿੱਚਿਆ ਸੀ। ਜਦੋਂ ਮੈਂ ਛੋਟਾ ਸੀ ਉਦੋਂ ਇਸ ਸਿਆਣੇ ਅਤੇ ਪਿਆਰੇ ਵਿਅਕਤੀ ਨੇ
ਇਸ ਨੂੰ ਮੇਰੇ ਦਿਮਾਗ ਅੰਦਰ ਪਾ ਦਿੱਤਾ ਸੀ। ਫਿਰ ਉਹ ਆਪਣੀ ਕੁਰਸੀ ਉੱਤੇ ਟੇਕ ਕੇ ਬੈਠ ਗਏ ਅਤੇ ਉਹਨਾਂ ਦੀਆਂ ਅੱਖਾਂ ਅੰਦਰ ਇੱਕ ਦਿਲਕਸ਼ ਚਮਕ ਸੀ। ਉਹਨਾਂ ਨੇ ਧਿਆਨ ਨਾਲ ਦੇਖਿਆ ਕਿ ਮੇਰੇ ਅੰਦਰ ਪਰਿਆਪਤ ਬੁੱਧੀ ਹੈ ਜਾਂ ਨਹੀਂ ਕਿ ਮੈਂ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਦੇ ਸੰਪੂਰਨ ਮਹੱਤਵ ਨੂੰ ਸਮਝ ਸਕਾਂ। ਜਦੋਂ ਉਹਨਾਂ ਨੇ ਦੇਖਿਆ ਕਿ ਮੈਂ ਵਿਚਾਰ ਨੂੰ ਸਮਝ ਲਿਆ ਹੈ ਤੇ ਉਹਨਾਂ ਨੇ ਪੁੱਛਿਆ ਕਿ ਕੀ ਮੈਂ ਆਪਣੇ ਜੀਵਨ ਦੇ 20 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਇਸ ਕੰਮ ਲਈ ਲਾਉਣ ਨੂੰ ਤਿਆਰ ਹਾਂ। ਇਹ ਇਸ ਲਈ ਜ਼ਰੂਰੀ ਸੀ ਤਾਂ ਕਿ ਮੈਂ ਇਸ ਰਹੱਸ ਨੂੰ ਸੰਸਾਰ ਅੰਦਰ ਰਹਿੰਦੇ ਉਹਨਾਂ ਸਾਰੇ ਆਦਮੀਆਂ ਅਤੇ ਔਰਤਾਂ ਤੱਕ ਪਹੁੰਚਾ ਸਕਾਂ ਜਿਹੜੇ ਇਸ ਰਹੱਸ ਤੋਂ ਬਿਨਾਂ ਜੀਵਨ ਵਿੱਚ ਅਸਫਲ ਹੀ ਰਹਿਣਗੇ। ਮੈਂ ਕਿਹਾ ਕਿ ਮੈਂ ਇੰਜ ਕਰਾਂਗਾ ਅਤੇ ਕਾਰਨੇਗੀ ਦੇ ਸਹਿਯੋਗ ਨਾਲ ਮੈਂ ਆਪਣਾ ਵਾਅਦਾ ਨਿਭਾਇਆ। ਇਸ ਪੁਸਤਕ ਅੰਦਰ ਉਹ ਰਹੱਸ ਦਿੱਤਾ ਗਿਆ ਹੈ ਜਿਸ ਨੂੰ ਹਜ਼ਾਰਾਂ ਹੀ ਲੋਕਾਂ ਨੇ ਜੀਵਨ ਦੇ ਹਰ ਖੇਤਰ ਵਿੱਚ ਅਜਮਾ ਕੇ ਦੇਖਿਆ ਹੈ। ਇਹ ਕਾਰਨੇਗੀ ਦਾ ਹੀ ਵਿਚਾਰ ਸੀ ਕਿ ਇਹ ਜਾਦੂਈ ਫਾਰਮੂਲਾ ਜਿਸ ਨੇ ਉਹਨਾਂ ਨੂੰ ਇੰਨੀ ਢੇਰ ਸਾਰੀ ਦੌਲਤ ਦਿੱਤੀ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਜਿਨ੍ਹਾਂ ਕੋਲ ਇਹ ਪਤਾ ਲਾਉਣ ਲਈ ਸਮਾਂ ਨਹੀਂ ਹੈ ਕਿ ਲੋਕ ਕਿਵੇਂ ਦੌਲਤਮੰਦ ਬਣਦੇ ਹਨ। ਅਤੇ ਉਹਨਾਂ ਨੂੰ ਇਹ ਆਸ ਸੀ ਕਿ ਮੈਂ ਹਰ ਖੇਤਰ ਵਿੱਚ ਕੰਮ ਕਰਦੇ ਆਦਮੀਆਂ ਅਤੇ ਔਰਤਾਂ ਦੇ ਅਨੁਭਵ ਦਾ ਅਧਿਐਨ ਕਰਕੇ ਅਤੇ ਇਸ ਫਾਰਮੂਲੇ ਦੀ ਪ੍ਰਮਾਣਿਕਤਾ ਦੀ ਜਾਂਚ ਕਰਕੇ ਇਸ ਨੂੰ ਲੋਕਾਂ ਸਾਹਮਣੇ ਲਿਆਵਾਂਗਾ। ਉਹਨਾਂ ਦਾ ਮੰਨਣਾ ਸੀ ਕਿ ਇਸ ਫਾਰਮੂਲੇ ਨੂੰ ਸਾਰੇ ਪਬਲਿਕ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਉਹ ਇਹ ਵੀ ਸੋਚਦੇ ਸਨ ਕਿ ਜੇਕਰ ਇਸ ਨੂੰ ਸਹੀ ਤਰ੍ਹਾਂ ਨਾਲ ਸਿਖਾਇਆ ਜਾਵੇ ਤਾਂ ਇਹ ਸਿੱਖਿਆ ਦੇ ਪੂਰੇ ਸਿਸਟਮ ਅੰਦਰ ਕ੍ਰਾਂਤੀ ਕਰ ਸਕਦਾ ਹੈ ਅਤੇ ਸਕੂਲ ਵਿੱਚ ਬਤੀਤ ਕੀਤੇ ਜਾਣ ਵਾਲੇ ਸਮੇਂ ਨੂੰ ਵੀ ਅੱਧਾ ਕਰ ਸਕਦਾ ਹੈ। ਵਿਸ਼ਵਾਸ ਵਾਲੇ ਭਾਗ ਵਿੱਚ ਤੁਸੀਂ ਅਲੌਕਿਕ ਯੂਨਾਈਟਿਡ ਸਟੇਟਸ ਸਟੀਲ ਕਾਰਪੋਰੇਸ਼ਨ ਦੇ ਸੰਗਠਨ ਦੀ ਅਦਭੁਤ ਕਹਾਣੀ ਪੜ੍ਹੋਗੇ ਜਿਸ ਦਾ ਵਿਚਾਰ ਇੱਕ ਨੌਜਵਾਨ ਦੇ ਮਨ ਅੰਦਰ ਆਇਆ ਤੇ ਉਸਨੇ ਇਸ ਨੂੰ ਬਣਾ ਦਿੱਤਾ। ਇਸ ਰਾਹੀਂ ਕਾਰਨੇਗੀ ਨੇ ਇਹ ਸਿੱਧ ਕੀਤਾ ਕਿ ਇਹ ਫਾਰਮੂਲਾ ਉਹਨਾਂ ਸਾਰਿਆਂ ਲਈ ਕੰਮ ਕਰਦਾ ਹੈ ਜਿਹੜੇ ਇਸ ਲਈ ਤਿਆਰ ਹਨ। ਇਹ ਤੱਥ ਲਗਭਗ ਹਰ ਉਸ ਵਿਅਕਤੀ ਨੂੰ ਪਤਾ ਹੈ ਜਿਹੜਾ ਕਾਰਨੇਗੀ ਨੂੰ ਜਾਣਦਾ ਸੀ। ਤੁਹਾਨੂੰ ਦੱਸ ਸਕਦਾ ਹੈ ਕਿ ਇਹ ਪੁਸਤਕ ਨੂੰ ਪੜ੍ਹਨ ਨਾਲ ਤੁਸੀਂ ਕੀ ਹਾਸਲ ਕਰ ਸਕਦੇ ਹੋ ਬਸ਼ਰਤੇ ਤੁਸੀਂ ਜਾਣਦੇ ਹੋਵੋ ਕਿ ਤੁਸੀਂ ਕੀ ਚਾਹੁੰਦੇ ਹੋ। ਇਹ ਰਹੱਸ ਹਜ਼ਾਰਾਂ ਲੋਕਾਂ ਨੂੰ ਦੱਸਿਆ ਗਿਆ ਸੀ ਅਤੇ ਉਹਨਾਂ ਨੇ ਆਪਣੇ ਵਿਅਕਤੀਗਤ ਫਾਇਦਿਆਂ ਲਈ ਇਸ ਦਾ ਪ੍ਰਯੋਗ ਕੀਤਾ ਜਿਵੇਂ ਕਾਰਨੇਗੀ ਚਾਹੁੰਦੇ ਸਨ। ਕੁਝ ਨੇ ਤਾਂ ਇਸ ਨਾਲ ਢੇਰ ਸਾਰੀ ਦੌਲਤ ਕਮਾਈ, ਕਈਆਂ ਨੇ ਇਸ ਰਾਹੀਂ ਆਪਣੇ ਘਰਾਂ ਅੰਦਰ ਇਕਸਾਰਤਾਪੂਰਨ ਮਾਹੌਲ ਬਣਾਇਆ। ਜਿਸ ਰਹੱਸ ਨੂੰ ਮੈਂ ਦੱਸ ਰਿਹਾ ਹਾਂ ਉਸ ਦਾ ਇਸ ਪੁਸਤਕ ਅੰਦਰ ਘੱਟ ਤੋਂ ਘੱਟ 100 ਵਾਰੀ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਸਿੱਧੇ ਨਹੀਂ ਦੱਸਿਆ ਗਿਆ ਹੈ ਕਿਉਂਕਿ ਇਹ ਵੱਧ ਸਫਲਤਾਪੂਰਵਕ ਉਦੋਂ ਕੰਮ ਕਰਦਾ ਹੈ ਜਦੋਂ ਇਸ ਨੂੰ ਉਹਨਾਂ ਲੋਕਾਂ ਲਈ ਸਿਰਫ ਖੁੱਲ੍ਹਿਆਂ ਛੱਡ ਦਿੱਤਾ ਜਾਂਦਾ ਹੈ ਜਿਹੜੇ ਇਸ ਲਈ ਤਿਆਰ ਹਨ ਅਤੇ ਇਸ ਦੀ ਤਲਾਸ਼ ਵਿੱਚ ਹਨ ਅਤੇ ਜਿਹੜੇ ਇਸ ਨੂੰ ਫੜ ਲੈਂਦੇ ਹਨ। ਇਸ ਲਈ ਕਾਰਨੇਗੀ ਨੇ ਇਸ ਨੂੰ ਮੇਰੇ ਵੱਲ ਸ਼ਾਂਤੀ ਨਾਲ ਉਛਾਲਿਆ ਸੀ ਅਤੇ ਇਸ ਦਾ ਵਿਸ਼ੇਸ਼ ਨਾਮ ਮੈਨੂੰ ਨਹੀਂ ਸੀ ਦੱਸਿਆ। ਜੇਕਰ ਤੁਸੀਂ ਇਸ ਦਾ ਪ੍ਰਯੋਗ ਕਰਨ ਲਈ ਤਿਆਰ ਹੋ ਤਾਂ ਤੁਸੀਂ ਹਰ ਭਾਗ ਅੰਦਰ ਘੱਟ ਤੋਂ ਘੱਟ ਇੱਕ ਵਾਰੀ ਇਸ ਰਹੱਸ ਨੂੰ ਪਛਾਣ ਲਓਗੇ। ਕਾਸ਼ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਕਿਸ ਤਰ੍ਹਾਂ ਜਾਣੋ ਕਿ ਤੁਸੀਂ ਤਿਆਰ ਹੋ, ਪਰੰਤੂ ਇਹ ਦੱਸਣ ਨਾਲ ਉਹ ਫਾਇਦਾ ਘੱਟ ਹੋ ਜਾਵੇਗਾ ਜਿਹੜਾ ਤੁਸੀਂ ਉਸ ਸਥਿਤੀ ਵਿੱਚ ਪ੍ਰਾਪਤ ਕਰੋਗੇ ਜਦੋਂ ਤੁਸੀਂ ਆਪ ਇਸ ਨੂੰ ਆਪਣੇ ਢੰਗ ਨਾਲ ਖੋਜ ਲਓਗੇ। ਜੇਕਰ ਤੁਸੀਂ ਕਦੇ ਨਿਰਾਸ਼ ਰਹੇ ਹੋ, ਜੇਕਰ ਤੁਹਾਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਤੁਹਾਡਾ ਕਾਲਜਾ ਬਾਹਰ ਨਿਕਲ ਆਇਆ ਹੋਵੇ, ਜੇਕਰ ਤੁਸੀਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸਫਲ ਹੋਏ ਹੋ, ਜੇਕਰ ਤੁਸੀਂ ਕਿਸੇ ਬਿਮਾਰੀ ਜਾਂ ਸਰੀਰਕ ਸਮੱਸਿਆ ਨਾਲ ਪੀੜਤ ਰਹੇ ਹੋ ਤਾਂ ਮੇਰੇ ਬੇਟੇ ਦੀ ਕਹਾਣੀ ਵਿੱਚ ਕਾਰਨੇਗੀ ਫਾਰਮੂਲੇ ਦੇ ਪ੍ਰਯੋਗ ਨਾਲ ਤੁਹਾਨੂੰ ਨਿਰਾਸ਼ਾ ਦੇ ਮਾਰੂਥਲ ਅੰਦਰ ਉਹ ਸੋਤਾ ਮਿਲ ਜਾਏਗਾ ਜਿਸ ਦੀ ਤੁਹਾਨੂੰ ਤਲਾਸ਼ ਹੈ। ਰਾਸ਼ਟਰਪਤੀ ਵੁਡਰੋ ਵਿਲਸਨ ਨੇ ਪਹਿਲੀ ਸੰਸਾਰ ਜੰਗ ਦੌਰਾਨ ਇਹ ਰਹੱਸ ਕਾਫੀ ਪ੍ਰਯੋਗ ਕੀਤਾ ਸੀ। ਇਸ ਨੂੰ ਹਰ ਉਸ ਯੋਧਾ ਨੂੰ ਸੌਂਪਿਆ ਗਿਆ ਜਿਹੜਾ ਜੰਗ ਅੰਦਰ ਲੜਨ ਲਈ ਗਿਆ। ਮੋਰਚੇ ਉੱਤੇ ਜਾਣ ਤੋਂ ਪਹਿਲਾਂ ਦਿੱਤੀ ਗਈ ਸਿਖਲਾਈ ਵਿੱਚ ਇਸ ਨੂੰ ਸਾਵਧਾਨੀ ਨਾਲ ਸ਼ਾਮਿਲ ਕੀਤਾ ਗਿਆ। ਰਾਸ਼ਟਰਪਤੀ ਵਿਲਸਨ ਨੇ ਮੈਨੂੰ ਦੱਸਿਆ ਕਿ ਜੰਗ ਲਈ ਜ਼ਰੂਰੀ ਫੰਡ ਇਕੱਤਰ ਕਰਨ ਵਿੱਚ ਵੀ ਇਹ ਇੱਕ ਮਹੱਤਵਪੂਰਨ ਕਾਰਕ ਜਾਂ ਅੰਸ਼ ਸਾਬਤ ਹੋਇਆ। ਇਸ ਰਹੱਸ ਬਾਰੇ ਇੱਕ ਅਜੀਬ ਜਿਹੀ ਗੱਲ ਇਹ ਹੈ ਕਿ ਜਿਹੜੇ ਲੋਕ ਇੱਕ ਵਾਰ ਇਸ ਨੂੰ ਹਾਸਲ ਕਰ ਲੈਂਦੇ ਅਤੇ ਇਸ ਦਾ ਉਪਯੋਗ ਕਰਦੇ ਹਨ ਉਹ ਸਫਲਤਾ ਦੇ ਸਿਖਰ ਉੱਤੇ ਪਹੁੰਚ ਜਾਂਦੇ ਹਨ। ਜੇਕਰ ਤੁਹਾਨੂੰ ਇਸ ਬਾਰੇ ਕੋਈ ਸ਼ੱਕ ਹੈ ਤਾਂ ਉਹਨਾਂ ਲੋਕਾਂ ਦੇ ਨਾਵਾਂ ਦਾ ਅਧਿਐਨ ਕਰੋ ਜਿਨ੍ਹਾਂ ਨੇ ਇਸ ਦਾ ਪ੍ਰਯੋਗ ਅਤੇ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ ਦੇ ਰਿਕਾਰਡ ਦੀ ਆਪ ਜਾਂਚ ਕਰਕੇ ਦੇਖ ਲਓ ਅਤੇ ਫਿਰ ਤੁਹਾਨੂੰ ਵਿਸ਼ਵਾਸ ਹੋ ਜਾਏਗਾ। ਦੁਨੀਆ ਵਿੱਚ ਬਿਨਾਂ ਕੁਝ ਦਿੱਤੇ ਕੁਝ ਨਹੀਂ ਮਿਲਦਾ। ਜਿਹੜੇ ਰਹੱਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹ ਬਿਨਾਂ ਕੋਈ ਕੀਮਤ ਦਿੱਤੇ ਨਹੀਂ ਮਿਲੇਗਾ, ਹਾਲਾਂਕਿ ਇਸ ਦੀ ਕੀਮਤ ਇਸ ਦੇ ਮੁੱਲ ਨਾਲੋਂ ਕਾਫੀ ਘੱਟ ਹੈ। ਇਹ ਉਹਨਾਂ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਹਾਸਲ ਨਹੀਂ ਹੋਵੇਗਾ ਜਿਨ੍ਹਾਂ ਦੇ ਮਨ ਅੰਦਰ ਇਸ ਦੀ ਖੋਜ ਲਈ ਕੋਈ ਇਰਾਦਾ ਨਹੀਂ ਹੈ। ਨਾ ਤੇ ਇਸ ਨੂੰ ਦਿੱਤਾ ਜਾ ਸਕਦਾ ਹੈ ਤੇ ਨਾ ਹੀ ਇਸ ਨੂੰ ਪੈਸਿਆਂ ਨਾਲ ਖਰੀਦਿਆ ਜਾ ਸਕਦਾ ਹੈ। ਇਸ ਕਰਕੇ ਹੀ ਇਹ ਦੋ ਹਿੱਸਿਆਂ ਵਿੱਚ ਆਉਂਦਾ ਹੈ। ਇੱਕ ਹਿੱਸਾ ਪਹਿਲਾਂ ਤੋਂ ਹੀ ਉਹਨਾਂ ਲੋਕਾਂ ਕੋਲ ਹੁੰਦਾ ਹੈ ਜਿਹੜੇ ਇਸ ਲਈ ਤਿਆਰ ਹਨ। ਇਹ ਰਹੱਸ ਉਹਨਾਂ ਲੋਕਾਂ ਲਈ ਸਮਾਨ ਤੌਰ ਤੇ ਚੰਗੀ ਤਰ੍ਹਾਂ ਕੰਮ ਕਰਦਾ ਹੈ
ਕਿਹਨਾਂ ਲਈ? ਜਿਹੜੇ ਇਸ ਲਈ ਤਿਆਰ ਹੁੰਦੇ ਹਨ। ਸਿੱਖਿਆ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਰੇ ਪੈਦਾ ਹੋਣ ਤੋਂ ਬਹੁਤ ਪਹਿਲਾਂ ਇਹ ਰਹੱਸ ਥਾਮਸ ਐਡੀਸਨ ਦੀ ਮਲਕੀਅਤ ਵਿੱਚ ਆਇਆ ਅਤੇ ਉਹਨਾਂ ਨੇ ਇਸ ਦਾ ਇੰਨੀ ਸਿਆਣਪ ਨਾਲ ਉਪਯੋਗ ਕੀਤਾ ਕਿ ਉਹ ਵਿਸ਼ਵ ਦੇ ਸਭ ਤੋਂ ਮੁੱਖ ਖੋਜੀ ਬਣ ਗਏ, ਹਾਲਾਂਕਿ ਉਹ ਸਿਰਫ 3 ਮਹੀਨੇ ਹੀ ਸਕੂਲ ਗਏ ਸਨ। ਇਹ ਰਹੱਸ ਐਡੀਸਨ ਤੋਂ ਉਹਨਾਂ ਦੇ ਬਿਜ਼ਨਸ ਸਹਿਯੋਗੀ ਐਡਵਨ ਸੀ ਬਾਰਨੈਸ ਕੋਲ ਆਇਆ। ਉਹਨਾਂ ਨੇ ਇਸ ਰਹੱਸ ਦਾ ਇੰਨੇ ਪ੍ਰਭਾਵੀ ਢੰਗ ਨਾਲ ਇਸਤੇਮਾਲ ਕਰ ਢੇਰ ਸਾਰੀ ਦੌਲਤ ਹਾਸਲ ਕੀਤੀ ਤੇ ਆਪਣੀ ਭਰਪੂਰ ਜਵਾਨੀ ਅੰਦਰ ਹੀ ਕਿਰਿਆਸ਼ੀਲ ਬਿਜ਼ਨਸ ਤੋਂ ਰਿਟਾਇਰ ਹੋ ਗਏ। ਤੁਸੀਂ ਉਹਨਾਂ ਦੀ ਕਹਾਣੀ ਪਹਿਲੇ ਭਾਗ ਦੇ ਸ਼ੁਰੂਆਤ ਵਿੱਚ ਹੀ ਪਾਓਗੇ। ਇਸ ਨਾਲ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਅਮੀਰੀ ਤੁਹਾਡੀ ਪਹੁੰਚ ਤੋਂ ਬਾਹਰ ਨਹੀਂ ਹੈ, ਕਿ ਤੁਸੀਂ ਵੀ ਉਹ ਬਣ ਸਕਦੇ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ। ਦੌਲਤ, ਸ਼ੋਹਰਤ, ਮਾਣ, ਸਨਮਾਨ ਅਤੇ ਸੁੱਖ ਸ਼ਾਂਤੀ ਉਹਨਾਂ ਸਾਰੇ ਲੋਕਾਂ ਨੂੰ ਮਿਲ ਸਕਦੀ ਹੈ ਜਿਹੜੇ ਇਹਨਾਂ ਵਰਦਾਨਾਂ ਲਈ ਤਿਆਰ ਅਤੇ ਦ੍ਰਿੜ ਨਿਸ਼ਚੇ ਨਾਲ ਭਰਪੂਰ ਹਨ। ਮੈਂ ਇਹ ਸਾਰਾ ਕੁਝ ਕਿਵੇਂ ਜਾਣਦਾ ਹਾਂ? ਇਸ ਪੁਸਤਕ ਨੂੰ ਪੂਰਾ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਦਾ ਜਵਾਬ ਮਿਲ ਜਾਣਾ ਚਾਹੀਦਾ ਹੈ। ਤੁਸੀਂ ਇਸ ਦੇ ਪਹਿਲੇ ਭਾਗ ਵਿੱਚ ਵੀ ਇਸ ਰਹੱਸ ਨੂੰ ਪਾ ਸਕਦੇ ਹੋ ਜਾਂ ਫਿਰ ਤੁਹਾਨੂੰ ਇਹ ਅੰਤਲੇ ਪੇਜ ਉੱਪਰ ਵੀ ਮਿਲ ਸਕਦਾ ਹੈ। ਜਦੋਂ ਮੈਂ ਕਾਰਨੇਗੀ ਦੀ ਗੁਜ਼ਾਰਿਸ਼ ਉੱਤੇ ਸ਼ੁਰੂ ਕੀਤੇ ਗਏ ਆਪਣੇ 20 ਸਾਲ ਦੀ ਰਿਸਰਚ ਵਿੱਚ ਲੱਗਿਆ ਹੋਇਆ ਸੀ ਤਾਂ ਮੈਂ ਸੈਂਕੜੇ ਨਾਮਵਰ ਲੋਕਾਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿੱਚੋਂ ਕਈਆਂ ਨੇ ਕਾਰਨੇਗੀ ਦੇ ਰਹੱਸ ਦੀ ਸਹਾਇਤਾ ਨਾਲ ਢੇਰ ਸਾਰੀ ਦੌਲਤ ਕਮਾਈ ਸੀ। ਤੇ ਦੋਸਤੋ, ਇਹ ਸਾਰੇ ਨਾਮ ਜਿਹੜੇ ਨੇ ਇਹ ਉਹਨਾਂ ਸਾਰੇ ਹੀ ਲੋਕਾਂ ਦੇ ਹਨ ਜਿਹੜੇ ਉਸ ਟਾਈਮ ਇਸ ਕਿਤਾਬ ਨੂੰ ਪੜ੍ਹ ਕੇ, ਇਸ ਰਹੱਸ ਨੂੰ ਸਮਝ ਕੇ ਕਰੋੜਾਂਪਤੀ ਬਣੇ। ਇਹ ਤੁਸੀਂ ਆਪ ਪੜ੍ਹ ਸਕਦੇ ਹੋ ਜੇ ਪੜ੍ਹਨਾ ਚਾਹੋ ਤਾਂ। ਬਾਕੀ ਮੈਂ ਮੇਨ ਇੱਕ ਦੋ ਨਾਮ ਤੁਹਾਨੂੰ ਦੱਸ ਦਿੰਦਾ ਹਾਂ, ਜਿਵੇਂ ਹੈਨਰੀ ਫੋਰਡ ਹੋ ਗਏ, ਥਾਮਸ ਐਡੀਸਨ ਹੋ ਗਏ। ਇਹਨਾਂ ਦੇ ਬਾਰੇ ਤਾਂ ਸਾਰਿਆਂ ਨੇ ਹੀ ਸੁਣਿਆ ਹੈ। ਸੋ ਬਾਕੀ ਇਹ ਸਾਰੇ ਨਾਮ ਉਹ ਹਨ ਜਿਹੜੇ ਇਸ ਕਿਤਾਬ ਨੂੰ ਪੜ੍ਹ ਕੇ ਕਰੋੜਾਂਪਤੀ ਬਣੇ ਹਨ। ਇਹ ਨਾਂ ਉਹਨਾਂ ਸੈਂਕੜੇ ਪ੍ਰਸਿੱਧ ਅਮਰੀਕੀਆਂ ਦਾ ਇੱਕ ਛੋਟਾ ਜਿਹਾ ਹਿੱਸਾ ਹਨ ਜਿਨ੍ਹਾਂ ਦੀ ਆਰਥਿਕ ਤੌਰ 'ਤੇ ਹੋਰ ਉਪਲਬਧੀਆਂ ਇਹ ਸਾਬਤ ਕਰਦੀਆਂ ਹਨ ਕਿ ਜਿਹੜੇ ਲੋਕ ਕਾਰਨੇਗੀ ਰਹੱਸ ਨੂੰ ਸਮਝਦੇ ਅਤੇ ਅਪਣਾਉਂਦੇ ਹਨ ਉਹ ਜੀਵਨ ਵਿੱਚ ਸਿਖਰਾਂ ਉੱਪਰ ਪਹੁੰਚਦੇ ਹਨ। ਮੈਂ ਕਿਸੇ ਇਹੋ ਜਿਹੇ ਵਿਅਕਤੀ ਨੂੰ ਨਹੀਂ ਜਾਣਦਾ ਜਿਸ ਨੇ ਇਸ ਰਹੱਸ ਦਾ ਪ੍ਰਯੋਗ ਕੀਤਾ ਹੋਵੇ ਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਚੁਣੇ ਹੋਏ ਖੇਤਰ ਵਿੱਚ ਜ਼ਿਕਰਯੋਗ ਸਫਲਤਾ ਨਾ ਮਿਲੀ ਹੋਵੇ। ਮੈਂ ਕਿਸੇ ਇਹੋ ਜਿਹੇ ਵਿਅਕਤੀ ਨੂੰ ਵੀ ਨਹੀਂ ਜਾਣਦਾ ਜਿਸ ਨੇ ਕਾਫੀ ਦੌਲਤ ਜਾਂ ਸ਼ੋਹਰਤ ਕਮਾਈ ਹੋਵੇ ਅਤੇ ਇਹੋ ਜਿਹਾ ਉਸਨੇ ਬਿਨਾਂ ਇਸ ਰਹੱਸ ਦੇ ਪ੍ਰਯੋਗ ਦੇ ਕੀਤਾ ਹੋਵੇ। ਇਹਨਾਂ ਦੋਨਾਂ ਅੰਸ਼ਾਂ ਵਿੱਚੋਂ ਮੈਂ ਇਹ ਨਤੀਜਾ ਕੱਢਦਾ ਹਾਂ ਕਿ ਇਹ ਰਹੱਸ ਆਤਮ ਸੰਕਲਪ ਲਈ ਲਾਜ਼ਮੀ ਗਿਆਨ ਦੇ ਇੱਕ ਹਿੱਸੇ ਦੇ ਤੌਰ 'ਤੇ ਮਹੱਤਵਪੂਰਨ ਹੈ। ਇੰਨਾ ਮਹੱਤਵਪੂਰਨ ਜਿੰਨੀ ਮਹੱਤਵਪੂਰਨ ਸਿੱਖਿਆ ਨਾਂ ਦੀ ਉਹ ਚੀਜ਼ ਵੀ ਨਹੀਂ ਹੈ ਜਿਸ ਨੂੰ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ। ਉਂਝ ਸਿੱਖਿਆ ਹੈ ਕਿ ਇਸ ਦਾ ਉੱਤਰ ਵੀ ਪੂਰੀ ਤਰ੍ਹਾਂ ਦਿੱਤਾ ਗਿਆ ਹੈ। ਜਦੋਂ ਤੁਸੀਂ ਪੜ੍ਹੋਗੇ ਤਾਂ ਕਿਤੇ ਇਹ ਰਹੱਸ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਕਿਸੇ ਪੇਜ ਤੋਂ ਨਿਕਲ ਕੇ ਕੁੱਦ ਪਏਗਾ ਅਤੇ ਬਹਾਦਰੀ ਨਾਲ ਤੁਹਾਡੇ ਸਾਹਮਣੇ ਖੜਾ ਹੋ ਜਾਵੇਗਾ। ਜੇਕਰ ਤੁਸੀਂ ਇਸ ਦੇ ਲਈ ਤਿਆਰ ਹੋ ਤਾਂ ਜਦੋਂ ਇਹ ਆਵੇਗਾ ਤਾਂ ਤੁਸੀਂ ਉਸ ਨੂੰ ਪਛਾਣ ਲਓਗੇ। ਜਦੋਂ ਵੀ ਤੁਹਾਨੂੰ ਪਹਿਲੇ ਜਾਂ ਅੰਤਿਮ ਭਾਗ ਵਿੱਚ ਇੰਜ ਲੱਗੇ ਤਾਂ ਇਸ ਦੇ ਆਉਣ ਉੱਤੇ ਇੱਕ ਪਲ ਲਈ ਠਹਿਰੋ ਅਤੇ ਆਪਣੀ ਘੜੀ ਉੱਪਰ ਨਜ਼ਰ ਪਾਓ, ਕਿਉਂਕਿ ਇਹ ਮੌਕਾ ਤੁਹਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਮੋੜ ਸਾਬਤ ਹੋਵੇਗਾ। ਜਦੋਂ ਤੁਸੀਂ ਇਸ ਪੁਸਤਕ ਨੂੰ ਪੜ੍ਹੋ ਤਾਂ ਇਹ ਵੀ ਯਾਦ ਰੱਖੋ ਕਿ ਇਹ ਤੱਥਾਂ ਬਾਰੇ ਹੈ, ਇਹ ਕਹਾਣੀ ਜਾਂ ਕਲਪਨਾ ਨਹੀਂ ਹੈ। ਇਸ ਦਾ ਨਿਸ਼ਾਨਾ ਇੱਕ ਮਹਾਨ ਸੰਪੂਰਨ ਸੱਚਾਈ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਹੈ ਜਿਸ ਦੇ ਰਾਹੀਂ ਸਾਰੇ ਜਗਿਆਸੂ ਲੋਕ ਇਹ ਸਿੱਖ ਸਕਦੇ ਹਨ ਕਿ ਕੀ ਕੀਤਾ ਜਾਏ ਅਤੇ ਇਸ ਨੂੰ ਕਿਵੇਂ ਕੀਤਾ ਜਾਵੇ। ਉਹਨਾਂ ਨੂੰ ਸ਼ੁਰੂਆਤ ਕਰਨ ਦੀ ਲੋੜੀਂਦੀ ਪ੍ਰੇਰਨਾ ਵੀ ਪ੍ਰਾਪਤ ਹੋਵੇਗੀ। ਤਿਆਰੀ ਦੇ ਅੰਤਮ ਸ਼ਬਦ ਦੇ ਤੌਰ 'ਤੇ ਇਸ ਤੋਂ ਪਹਿਲਾਂ ਕਿ ਤੁਸੀਂ ਪਹਿਲੇ ਭਾਗ ਨੂੰ ਸ਼ੁਰੂ ਕਰੋ, ਮੈਂ ਤੁਹਾਨੂੰ ਇੱਕ ਸੰਖੇਪ ਜਿਹਾ ਸੁਝਾਅ ਦੇਣਾ ਚਾਹਾਂਗਾ ਜਿਹੜਾ ਕਿ ਤੁਹਾਨੂੰ ਕਾਰਨੇਗੀ ਰਹੱਸ ਤੱਕ ਪਹੁੰਚਾਉਣ ਦਾ ਇੱਕ ਛੋਟਾ ਜਿਹਾ ਸੰਕੇਤ ਦੇਵੇਗਾ। ਇਹ ਸੁਝਾਅ ਹੈ, ਸਾਰੀਆਂ ਉਪਲਬਧੀਆਂ, ਸਾਰੀ ਅਰਜਿਤ ਕੀਤੀ ਗਈ ਦੌਲਤ ਦੀ ਸ਼ੁਰੂਆਤ ਇੱਕ ਵਿਚਾਰ ਨਾਲ ਹੁੰਦੀ ਹੈ। ਜੇਕਰ ਤੁਸੀਂ ਇਸ ਰਹੱਸ ਲਈ ਤਿਆਰ ਹੋ ਤਾਂ ਤੁਹਾਡੇ ਕੋਲ ਇਸ ਦਾ ਅੱਧਾ ਹਿੱਸਾ ਪਹਿਲਾਂ ਤੋਂ ਹੀ ਹੈ। ਇਸ ਲਈ ਤੁਸੀਂ ਦੂਜੇ ਅੱਧੇ ਹਿੱਸੇ ਨੂੰ ਦੇਖਦੇ ਹੀ ਉਸ ਨੂੰ ਤੁਰੰਤ ਪਛਾਣ ਜਾਓਗੇ। ਸੋ ਦੋਸਤੋ, ਇਹ ਨੇ ਲੇਖਕ ਨੈਪੋਲੀਅਨ ਹਿੱਲ ਵੱਲੋਂ ਕਿਤਾਬ ਬਾਰੇ ਕਹੇ ਗਏ ਕੁਝ ਸ਼ਬਦ। ਬਾਕੀ ਦੋਸਤੋ, ਫਸਟ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਕੁਝ ਹੋਰ ਦੱਸਣਾ ਚਾਹੁੰਦਾ ਹਾਂ ਕਿ ਇਹ ਕਿਤਾਬ ਵਿੱਚ ਜੋ ਕੁਝ ਲਿਖਿਆ ਹੈ ਹੋ ਸਕਦਾ ਹੈ ਤੁਹਾਨੂੰ ਪਹਿਲੀ ਵਾਰੀ ਇਹ ਪੁਸਤਕ ਪੜ੍ਹਨ ਜਾਂ ਸੁਣਨ ਦੇ ਵਿੱਚ ਇਸ ਦੀ ਸਮਝ ਥੋੜੀ ਜਿਹੀ ਘੱਟ ਪਵੇ, ਪਰ ਜਦੋਂ ਤੁਸੀਂ ਇਸ ਨੂੰ ਦੂਜੀ ਵਾਰ ਜਾਂ ਤੀਜੀ ਵਾਰ ਇਸ ਨੂੰ ਪੜ੍ਹੋਗੇ ਜਾਂ ਸੁਣੋਗੇ ਤਾਂ ਤੁਹਾਨੂੰ ਇਸ ਦੀ ਕੱਲੀ ਗੱਲ ਸਮਝ ਆ ਜਾਵੇਗੀ। ਕਿਉਂਕਿ ਸਮਝ ਨਾ ਆਉਣ ਦੇ ਦੋ ਕਾਰਨ ਹੁੰਦੇ ਹਨ। ਇੱਕ ਤਾਂ ਇਹ ਕਿ ਜਦੋਂ ਕੋਈ ਫੋਰਨਰ ਕਿਤਾਬ ਪੰਜਾਬੀ ਵਿੱਚ ਛਪਦੀ ਹੈ ਤਾਂ ਉਸ ਵਿੱਚ ਗੱਲ ਕਹਿਣ ਦਾ ਥੋੜਾ ਤਰੀਕਾ ਅਲੱਗ ਜਿਹਾ ਹੋ ਜਾਂਦਾ ਹੈ। ਜਿਵੇਂ ਆਪਾਂ ਜਦੋਂ ਕਿਸੇ ਪੰਜਾਬੀ ਦੇ ਲੇਖਕ ਦੀ ਕਿਤਾਬ ਪੜ੍ਹਦੇ ਹਾਂ, ਜਿਵੇਂ ਮੰਨ ਲਓ ਆਪਾਂ ਨਰਿੰਦਰ ਸਿੰਘ ਕਪੂਰ ਜੀ ਦੀ ਕੋਈ ਕਿਤਾਬ ਇਸ ਚੈਨਲ ਉੱਤੇ ਅਪਲੋਡ ਕਰਦੇ ਹਾਂ, ਉਹ ਸਾਨੂੰ ਪੜ੍ਹਨੀ, ਸੁਣਨੀ ਜਾਂ ਸਮਝਣੀ ਸੌਖੀ ਹੋ ਜਾਂਦੀ ਹੈ।
ਕਿਉਂਕਿ ਉਹਦੇ ਵਿੱਚ ਗੱਲ ਕਹਿਣ ਦਾ ਜਿਹੜਾ ਤਰੀਕਾ ਹੈ ਉਹ ਬਿਲਕੁਲ ਪੰਜਾਬੀ ਭਾਸ਼ਾ ਵਾਲਾ ਹੁੰਦਾ ਹੈ। ਪਰ ਫੋਰਨਰ ਕਿਤਾਬ ਜਦੋਂ ਪੰਜਾਬੀ ਵਿੱਚ ਛਪਦੀ ਹੈ ਤਾਂ ਉਸ ਦਾ ਤਰੀਕਾ ਥੋੜਾ ਅਲੱਗ ਜਿਹਾ ਲੱਗਦਾ ਹੈ, ਜਿਸ ਕਰਕੇ ਥੋੜੀ ਜਿਹੀ ਮੁਸ਼ਕਿਲ ਆ ਸਕਦੀ ਹੈ। ਤੇ ਦੂਜਾ ਕਾਰਨ ਇਹ ਹੁੰਦਾ ਹੈ ਕਿ ਫੋਰਨਰ ਕਿਤਾਬ ਵਿੱਚ ਜਿਹੜੇ ਨਾਮ ਹੁੰਦੇ ਹਨ ਉਹ ਬੜੇ ਔਖੇ ਲੱਗਦੇ ਹਨ, ਯਾਨੀ ਵਿੱਚ ਜਿਹੜੇ ਕਰੈਕਟਰ ਹੁੰਦੇ ਹਨ ਉਹਨਾਂ ਦੇ ਨਾਮ ਜਿਹੜੇ ਬੜੇ ਔਖੇ ਲੱਗਦੇ ਹਨ। ਸੋ ਇਹ ਦੋ ਕਾਰਨ ਹੁੰਦੇ ਨੇ ਜਿਸ ਦਾ ਕਰਕੇ ਕੋਈ ਫੋਰਨਰ ਕਿਤਾਬ ਸਾਨੂੰ ਓਨੀ ਚੰਗੀ ਤਰ੍ਹਾਂ ਛੇਤੀ ਸਮਝ ਨਹੀਂ ਪੈਂਦੀ ਜਿੰਨੀ ਚੰਗੀ ਤਰ੍ਹਾਂ ਸਾਨੂੰ ਕਿਸੇ ਪੰਜਾਬੀ ਦੇ ਲੇਖਕ ਦੀ ਕਿਤਾਬ ਸਮਝ ਵਿੱਚ ਪੈਂਦੀ ਹੈ। ਪਰ ਫਿਰ ਵੀ ਦੋਸਤੋ ਮੈਂ ਵੱਧ ਤੋਂ ਵੱਧ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਸੋ ਦੋਸਤੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਫਸਟ ਚੈਪਟਰ ਰਾਹੀਂ ਉਸ ਰਹੱਸ ਨੂੰ ਲੱਭਣਾ ਜਿਸ ਰਹੱਸ ਨਾਲ ਤੁਹਾਡੀ ਅਤੇ ਮੇਰੀ ਜ਼ਿੰਦਗੀ ਬਦਲਣ ਵਾਲੀ ਹੈ। ਇਸ ਦਾ ਪਹਿਲਾ ਲੇਖ ਜਾਂ ਪਹਿਲਾ ਅਧਿਆਇ ਮੁੱਖ ਬੰਦ ਵਿਚਾਰ ਹੀ ਸਮਰੱਥਾ ਹਨ। ਜੀ ਹਾਂ ਦੋਸਤੋ, ਗੱਲ ਨੂੰ ਥੋੜਾ ਧਿਆਨ ਨਾਲ ਸਮਝਣਾ ਕਿ ਵਿਚਾਰ ਹੀ ਸਮਰੱਥਾ ਹਨ। ਅੱਗੇ ਲਿਖਿਆ ਹੈ ਉਹ ਆਦਮੀ ਜਿਸ ਨੇ ਥਾਮਸ ਐਡੀਸਨ ਦਾ ਪਾਰਟਨਰ ਬਣਨ ਦਾ ਤਰੀਕਾ ਸੋਚਿਆ। ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਕਿ ਥਾਮਸ ਐਡੀਸਨ ਦਾ ਤੁਹਾਨੂੰ ਪਤਾ ਹੀ ਹੈ ਜਿਸ ਨੇ ਬਲਬ ਦੀ ਖੋਜ ਕੀਤੀ ਸੀ। ਤੇ ਉਹ ਆਦਮੀ ਇਸ ਵਿੱਚ ਜਿਹੜਾ ਉਹ ਆਦਮੀ ਹੈ ਉਹ ਹੈ ਐਡਵਨ ਸੀ ਬਾਰਨੈਸ। ਐਡਵਨ ਸੀ ਬਾਰਨੈਸ ਕੌਣ ਸੀ? ਐਡਵਨ ਸੀ ਬਾਰਨੈਸ ਇੱਕ ਆਮ ਘਰ ਦਾ ਗਰੀਬ ਮੁੰਡਾ ਸੀ। ਬਾਕੀ ਹੁਣ ਤੁਹਾਨੂੰ ਅੱਗੇ ਪਤਾ ਚੱਲ ਜਾਵੇਗਾ। ਇਹ ਸੱਚ ਹੈ ਕਿ ਵਿਚਾਰ ਹੀ ਵਸਤੂ ਹਨ। ਜੀ ਹਾਂ ਦੋਸਤੋ, ਇਸ ਗੱਲ ਤੇ ਤੁਸੀਂ ਸਭ ਤੋਂ ਪਹਿਲਾਂ ਧਿਆਨ ਜ਼ਰੂਰ ਦੇਣਾ, ਗੌਰ ਕਰਨਾ ਹੈ ਕਿ ਵਿਚਾਰ ਹੀ ਵਸਤੂ ਹਨ ਅਤੇ ਉਹ ਬੇਹੱਦ ਸ਼ਕਤੀਸ਼ਾਲੀ ਵਸਤੂ ਹਨ। ਜਦੋਂ ਉਹਨਾਂ ਨਾਲ ਨਿਸ਼ਚਿਤ ਟੀਚਾ ਹੋਵੇ, ਲਗਨ ਹੋਵੇ ਅਤੇ ਉਹਨਾਂ ਦੀ ਸਹਾਇਤਾ ਨਾਲ ਦੌਲਤ ਜਾਂ ਕਿਸੇ ਹੋਰ ਭੌਤਿਕ ਵਸਤੂ ਨੂੰ ਹਾਸਲ ਕਰਨ ਦੀ ਪ੍ਰਬਲ ਇੱਛਾ ਜੁੜੀ ਹੋਵੇ। ਇੱਥੇ ਲੇਖਕ ਦੱਸ ਰਹੇ ਨੇ ਜਦੋਂ ਕਿਤਾਬ ਲਿਖ ਰਹੇ ਸੀ ਤੇ ਉਹਨਾਂ ਦੇ ਸਮੇਂ ਤੋਂ 30 ਕੁਝ ਹੋਰ ਸਾਲ ਪਹਿਲਾਂ ਐਡਵਨ ਸੀ ਬਾਰਨੈਸ ਨੇ ਇਹ ਸੱਚਾਈ ਨੂੰ ਜਾਣਿਆ ਸੀ ਕਿ ਲੋਕ ਦਰਅਸਲ ਸੋਚ ਕੇ ਅਮੀਰ ਬਣ ਸਕਦੇ ਹਨ, ਪਰੰਤੂ ਉਹਨਾਂ ਨੇ ਇਸ ਸੱਚਾਈ ਨੂੰ ਇੱਕੋ ਵਾਰ ਨਹੀਂ ਸੀ ਜਾਣਿਆ। ਇਹ ਉਹਨਾਂ ਦੀ ਸਮਝ ਵਿੱਚ ਹੌਲੀ-ਹੌਲੀ ਆਇਆ ਅਤੇ ਇਸ ਦੀ ਪ੍ਰਬਲ ਸ਼ੁਰੂਆਤ ਹੋਈ ਮਹਾਨ ਐਡੀਸਨ ਨਾਲ ਸਾਂਝੇਦਾਰੀ ਕਰਨ ਦੀ ਉਹਨਾਂ ਦੀ ਪ੍ਰਬਲ ਇੱਛਾ ਕਾਰਨ। ਬਾਰਨੈਸ ਦੀ ਇੱਛਾ ਦੀ ਖਾਸੀਅਤ ਇਹ ਸੀ ਕਿ ਇਹ ਨਿਸ਼ਚਿਤ ਸੀ, ਯਾਨੀ ਉਹ ਇਰਾਦੇ ਦਾ ਪੱਕਾ ਸੀ। ਉਹ ਐਡੀਸਨ ਨਾਲ ਕੰਮ ਕਰਨਾ ਚਾਹੁੰਦੇ ਸਨ। ਉਹ ਕਿਸ ਤਰ੍ਹਾਂ ਆਪਣੀ ਇੱਛਾ ਨੂੰ ਹਕੀਕਤ ਵਿੱਚ ਬਦਲਦੇ ਹਨ, ਇਸ ਵੇਰਵੇ ਨੂੰ ਹੁਣ ਤੁਸੀਂ ਧਿਆਨ ਨਾਲ ਸੁਣਿਓ। ਉਦੋਂ ਹੀ ਤੁਸੀਂ ਉਹਨਾਂ ਅਸੂਲਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਜਾਓਗੇ ਜਿਨ੍ਹਾਂ ਨਾਲ ਦੌਲਤ ਹਾਸਲ ਹੁੰਦੀ ਹੈ। ਜਦੋਂ ਇਹ ਇੱਛਾ ਜਾਂ ਵਿਚਾਰ ਉਸ ਗਰੀਬ ਮੁੰਡੇ ਦੇ ਦਿਮਾਗ ਅੰਦਰ ਪਹਿਲੀ ਵਾਰ ਆਇਆ ਤਾਂ ਉਹ ਇਸ ਸਥਿਤੀ ਵਿੱਚ ਨਹੀਂ ਸੀ ਕਿ ਇਸ ਉੱਪਰ ਅਮਲ ਕਰ ਸਕਣ। ਉਹਨਾਂ ਦੀ ਰਾਹ ਵਿੱਚ ਦੋ ਰੁਕਾਵਟਾਂ ਸਨ। ਪਹਿਲੀ ਤੇ ਇਹ ਕਿ ਉਹ ਐਡੀਸਨ ਨੂੰ ਜਾਣਦੇ ਨਹੀਂ ਸਨ ਤੇ ਦੂਜੀ ਇਹ ਕਿ ਉਹਨਾਂ ਕੋਲ ਅਰੇਂਜ ਨਿਊ ਜਰਸੀ ਜਾਣ ਲਈ ਰੇਲ ਦੇ ਕਿਰਾਏ ਤੱਕ ਦੇ ਪੈਸੇ ਨਹੀਂ ਸਨ। ਇਹ ਰੁਕਾਵਟਾਂ ਜ਼ਿਆਦਾਤਰ ਲੋਕਾਂ ਦਾ ਹੌਸਲਾ ਪਸਤ ਕਰ ਦਿੰਦੀਆਂ ਹਨ ਅਤੇ ਉਹ ਆਪਣੀ ਇੱਛਾ ਨੂੰ ਹਕੀਕਤ ਵਿੱਚ ਬਦਲਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦੇ। ਪਰੰਤੂ ਇਸ ਆਦਮੀ ਦੀ ਇੱਛਾ ਕੋਈ ਸਧਾਰਨ ਇੱਛਾ ਨਹੀਂ ਸੀ। ਸੋ ਦੋਸਤੋ, ਇੱਥੋਂ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਐਡਵਨ ਸੀ ਬਾਰਨੈਸ ਇੰਨਾ ਗਰੀਬ ਸੀ ਕਿ ਉਸ ਦੇ ਕੋਲ ਥਾਮਸ ਐਡੀਸਨ ਦੇ ਕੋਲ ਜਾਣ ਲਈ ਰੇਲ ਦੇ ਕਿਰਾਏ ਦੇ ਪੈਸੇ ਤੱਕ ਨਹੀਂ ਸਨ। ਪਰ ਫਿਰ ਵੀ ਉਸ ਦਾ ਇਹ ਇਰਾਦਾ ਸੀ, ਉਸ ਦੀ ਇਹ ਕੋਸ਼ਿਸ਼ ਸੀ ਕਿ ਉਹ ਥਾਮਸ ਐਡੀਸਨ ਦੇ ਨਾਲ ਬਿਜ਼ਨਸ ਪਾਰਟਨਰ ਕਰੇਗਾ ਹੀ ਕਰੇਗਾ। ਖੋਜੀ ਅਤੇ ਫੁੱਟਪਾਥੀਆ। ਇੱਕ ਦਿਨ ਉਹ ਮਿਸਟਰ ਐਡੀਸਨ ਦੀ ਪ੍ਰਯੋਗਸ਼ਾਲਾ ਅੰਦਰ ਪਹੁੰਚ ਗਏ, ਯਾਨੀ ਐਡਵਨ ਸੀ ਬਾਰਨੈਸ ਜਿਹੜੇ ਸੀ ਇੱਕ ਦਿਨ ਉਹ ਪ੍ਰਯੋਗਸ਼ਾਲਾ ਦੇ ਅੰਦਰ ਪਹੁੰਚ ਗਏ ਅਤੇ ਉਸ ਨੇ ਇਹ ਐਲਾਨਿਆ ਕਿ ਉਹ ਉਸ ਮਹਾਨ ਖੋਜੀ ਦਾ ਬਿਜ਼ਨਸ ਪਾਰਟਨਰ ਬਣਨ ਲਈ ਆਇਆ ਹੈ। ਬਾਰਨੈਸ ਅਤੇ ਐਡੀਸਨ ਵਿਚਕਾਰ ਹੋਈ ਇਸ ਪਹਿਲੀ ਮੁਲਾਕਾਤ ਬਾਰੇ ਬੋਲਦੇ ਹੋਏ ਸਾਲਾਂ ਬਾਅਦ ਐਡੀਸਨ ਨੇ ਕਿਹਾ ਕਿ ਉਹ ਇੱਕ ਸਧਾਰਨ ਫੁੱਟਪਾਥੀਏ ਵਾਂਗ ਮੇਰੇ ਸਾਹਮਣੇ ਖੜਾ ਸੀ, ਪਰੰਤੂ ਉਸ ਦੇ ਚਿਹਰੇ ਉੱਤੇ ਇਹੋ ਜਿਹਾ ਕੋਈ ਭਾਵ ਸੀ ਜਿਸ ਨਾਲ ਇਹ ਦਿਖਦਾ ਸੀ ਕਿ ਉਹ ਜੋ ਪਾਉਣਾ ਚਾਹੁੰਦਾ ਹੈ ਉਸਨੇ ਉਹ ਹਾਸਲ ਕਰਨ ਦਾ ਦ੍ਰਿੜ ਨਿਸ਼ਚੈ ਕਰ ਰੱਖਿਆ ਹੈ। ਲੋਕਾਂ ਨਾਲ ਸਾਲਾਂ ਦੇ ਅਨੁਭਵ ਤੋਂ ਮੈਂ ਸਿੱਖਿਆ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਨੂੰ ਇੰਨੀ ਬੁਰੀ ਤਰ੍ਹਾਂ ਪਾਉਣਾ ਚਾਹੁੰਦਾ ਹੈ ਕਿ ਉਸ ਨੂੰ ਪਾਉਣ ਲਈ ਆਪਣਾ ਸਾਰਾ ਭਵਿੱਖ ਜ਼ਿੰਦਗੀ ਦੇ ਇੱਕੋ ਹੀ ਪਾਂਸੇ ਤੇ ਦਾਅ ਉੱਪਰ ਲਗਾ ਦੇਵੇ ਤੇ ਉਸ ਵਿਅਕਤੀ ਦੀ ਜਿੱਤ ਪੱਕੀ ਹੈ। ਮੈਂ ਉਸ ਨੂੰ ਉਸ ਦਾ ਮਨਚਾਹਿਆ ਅਵਸਰ ਇਸ ਲਈ ਦਿੱਤਾ ਕਿਉਂਕਿ ਮੈਂ ਦੇਖ ਸਕਦਾ ਸੀ ਕਿ ਉਸਨੇ ਇਹ ਤੈਅ ਕਰ ਲਿਆ ਹੈ ਕਿ ਉਹ ਉਦੋਂ ਤੱਕ ਰੁੱਝਿਆ ਰਹੇਗਾ ਜਦੋਂ ਤੱਕ ਕਿ ਉਹ ਸਫਲ ਨਾ ਹੋ ਜਾਵੇ। ਤੇ ਬਾਅਦ ਦੀਆਂ ਘਟਨਾਵਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਮੈਂ ਕੋਈ ਗਲਤੀ ਨਹੀਂ ਸੀ ਕੀਤੀ। ਸੋ ਹੁਣ ਆਪਾਂ ਫਿਰ ਉੱਥੇ ਚੱਲਦੇ ਹਾਂ ਕਿ ਜਦੋਂ ਉਹ ਗਰੀਬ ਮੁੰਡਾ ਐਡੀਸਨ ਦੀ ਪ੍ਰਯੋਗਸ਼ਾਲਾ ਵਿੱਚ ਜਾਂਦਾ ਹੈ, ਉਸ ਨੌਜਵਾਨ ਦੇ ਹੁਲੀਏ ਨਾਲ ਐਡੀਸਨ ਪ੍ਰਭਾਵਿਤ ਨਹੀਂ ਸਨ ਹੋਏ ਕਿਉਂਕਿ ਉਸ ਦਾ ਹੁਲੀਆ ਬਹੁਤ ਹੀ ਖਰਾਬ ਸੀ। ਫਰਕ ਉਸ ਦੀ ਸੋਚ ਨਾਲ ਪਿਆ ਸੀ। ਬਾਰਨੈਸ ਨੂੰ ਪਹਿਲੀ ਹੀ ਮੁਲਾਕਾਤ ਅੰਦਰ ਐਡੀਸਨ ਨੇ ਆਪਣਾ ਪਾਰਟਨਰ ਨਹੀਂ ਬਣਾ ਲਿਆ। ਤਾਂ ਦੋਸਤੋ ਧਿਆਨ ਦੇਣਾ ਕਿ ਬਾਰਨੈਸ ਨੂੰ ਪਹਿਲੀ ਹੀ ਮੁਲਾਕਾਤ ਅੰਦਰ ਐਡੀਸਨ ਨੇ ਆਪਣਾ ਪਾਰਟਨਰ ਨਹੀਂ ਸੀ ਬਣਾਇਆ, ਪਰੰਤੂ ਉਹਨਾਂ ਨੂੰ ਐਡੀਸਨ ਦੇ ਆਫਿਸ ਵਿੱਚ ਬਹੁਤ ਘੱਟ ਤਨਖਾਹ ਉੱਪਰ ਕੰਮ ਕਰਨ ਦਾ ਮੌਕਾ ਮਿਲਿਆ ਸੀ। ਯਾਨੀ ਜਦੋਂ ਉਹ ਐਡੀਸਨ ਦੇ ਕੋਲ ਪਹੁੰਚਿਆ ਤਾਂ ਐਡੀਸਨ ਨੇ ਉਸ ਦੇ ਮਹਾਨ ਜਜ਼ਬੇ, ਉਸ ਦੇ ਇਰਾਦੇ ਨੂੰ ਦੇਖ ਕੇ
ਉਸ ਨੂੰ ਆਪਣੇ ਆਫਿਸ ਬॉय ਦਾ ਕੰਮ ਦਿੱਤਾ, ਯਾਨੀ ਕਿ ਇੱਕ ਸਾਫ਼ ਸਫਾਈ ਦਾ ਕੰਮ ਦੇ ਦਿੱਤਾ ਸੀ। ਮਹੀਨੇ ਗੁਜ਼ਰਦੇ ਗਏ। ਬਾਰਨੈਸ ਨੇ ਆਪਣੇ ਦਿਮਾਗ ਅੰਦਰ ਜਿਹੜਾ ਨਿਸ਼ਚਿਤ ਮਹਾਨ ਟੀਚਾ ਬਣਾਇਆ ਸੀ, ਉਸ ਬੇਸ਼ਕੀਮਤੀ ਟੀਚੇ ਤੱਕ ਪਹੁੰਚਣ ਵਾਲੀ ਕੋਈ ਘਟਨਾ ਨਹੀਂ ਹੋਈ, ਪਰੰਤੂ ਬਾਰਨੈਸ ਦੇ ਮਸਤਿਸ਼ਕ ਅੰਦਰ ਮਹੱਤਵਪੂਰਨ ਬਦਲਾਅ ਹੋਏ। ਉਹ ਆਪਣੀ ਇਸ ਇੱਛਾ ਨੂੰ ਲਗਾਤਾਰ ਅਤੇ ਜ਼ਿਆਦਾ ਪ੍ਰਬਲ ਕਰਦੇ ਜਾ ਰਹੇ ਸਨ ਕਿ ਇੱਕ ਦਿਨ ਉਹ ਐਡੀਸਨ ਦੇ ਬਿਜ਼ਨਸ ਪਾਰਟਨਰ ਬਣ ਕੇ ਹੀ ਦਿਖਲਾਉਣਗੇ। ਮਨੋਵਿਗਿਆਨੀ ਠੀਕ ਕਹਿੰਦੇ ਹਨ, ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਲਈ ਸੱਚਮੁੱਚ ਤਿਆਰ ਹੁੰਦਾ ਹੈ ਤਾਂ ਉਹ ਚੀਜ਼ ਆ ਜਾਂਦੀ ਹੈ। ਬਾਰਨੈਸ ਵੀ ਐਡੀਸਨ ਦਾ ਬਿਜ਼ਨਸ ਪਾਰਟਨਰ ਬਣਨ ਲਈ ਤਿਆਰ ਸੀ। ਇਸ ਨਾਲੋਂ ਵੀ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਉਦੋਂ ਤੱਕ ਤਿਆਰ ਬਣੇ ਰਹਿਣ ਦਾ ਸੰਕਲਪ ਕਰ ਲਿਆ ਜਦੋਂ ਤੱਕ ਕਿ ਉਹਨਾਂ ਨੂੰ ਆਪਣੀ ਮਨਚਾਹੀ ਚੀਜ਼ ਹਾਸਲ ਨਾ ਹੋ ਜਾਵੇ। ਉਹਨਾਂ ਨੇ ਆਪਣੇ ਆਪ ਨੂੰ ਇਹ ਨਹੀਂ ਕਿਹਾ ਕਿ ਅਰੇ ਇਸ ਨਾਲ ਕੀ ਫਾਇਦਾ ਹੋਵੇਗਾ, ਬਿਹਤਰ ਇਹ ਹੋਵੇਗਾ ਕਿ ਮੈਂ ਆਪਣਾ ਨਿਸ਼ਾਨਾ ਬਦਲ ਲਵਾਂ ਤੇ ਸੇਲਜ਼ਮੈਨ ਦਾ ਕੰਮ ਅਜਮਾ ਕੇ ਦੇਖਾਂ। ਇਸ ਦੀ ਬਜਾਏ ਸਗੋਂ ਬਾਰਨੈਸ ਨੇ ਇਹ ਕਿਹਾ ਕਿ ਮੈਂ ਇੱਥੇ ਐਡੀਸਨ ਦੇ ਨਾਲ ਬਿਜ਼ਨਸ ਸ਼ੁਰੂ ਕਰਨ ਲਈ ਆਇਆ ਹਾਂ ਤੇ ਮੈਂ ਇਸ ਨਿਸ਼ਾਨੇ ਨੂੰ ਹਾਸਲ ਕਰਕੇ ਹੀ ਰਵਾਂਗਾ, ਭਾਵੇਂ ਮੈਨੂੰ ਇਸ ਵਿੱਚ ਸਾਰੀ ਜ਼ਿੰਦਗੀ ਹੀ ਕਿਉਂ ਨਾ ਲਾਉਣੀ ਪਵੇ। ਉਹ ਪੂਰੀ ਤਰ੍ਹਾਂ ਗੰਭੀਰ ਸਨ। ਜੇਕਰ ਲੋਕ ਆਪਣੇ ਟੀਚੇ ਨੂੰ ਨਿਸ਼ਚਿਤ ਕਰ ਲੈਣ ਤਾਂ ਇਕਾਗਰਤਾ ਅਤੇ ਸੰਪੂਰਨ ਸਮਰਪਣ ਨਾਲ ਉਸ ਨੂੰ ਪ੍ਰਾਪਤ ਕਰਨ ਵਿੱਚ ਰੁੱਝ ਜਾਣ ਤਾਂ ਲੋਕਾਂ ਦੀ ਕਿਸਮਤ ਬਦਲ ਸਕਦੀ ਹੈ। ਸ਼ਾਇਦ ਨੌਜਵਾਨ ਬਾਰਨੈਸ ਨੂੰ ਉਸ ਵੇਲੇ ਇਹ ਨਾ ਪਤਾ ਹੋਵੇ, ਪਰੰਤੂ ਕੱਲੀ ਇੱਛਾ ਨੂੰ ਪ੍ਰਾਪਤ ਕਰਨ ਦੀ ਉਹਨਾਂ ਦੀ ਲਗਨ ਅਤੇ ਉਹਨਾਂ ਦਾ ਦ੍ਰਿੜ ਸੰਕਲਪ ਉਹਨਾਂ ਨੂੰ ਸਾਰੀਆਂ ਰੁਕਾਵਟਾਂ ਤੋਂ ਪਾਰ ਲੈ ਗਿਆ ਅਤੇ ਉਹਨਾਂ ਨੂੰ ਉਹ ਅਵਸਰ ਮਿਲ ਗਿਆ ਜਿਸ ਦੀ ਉਹਨਾਂ ਨੂੰ ਤਲਾਸ਼ ਸੀ। ਅਵਸਰ ਦੇ ਸ਼ਬਦ ਰੂਪ। ਜਦੋਂ ਅਵਸਰ ਆਇਆ ਯਾਨੀ ਮੌਕਾ ਆਇਆ ਤਾਂ ਉਹ ਇਹੋ ਜਿਹੇ ਦੌਰ ਤੇ ਆਇਆ ਅਤੇ ਇਹੋ ਜਿਹੀ ਦਿਸ਼ਾ ਵਿੱਚੋਂ ਆਇਆ ਜਿਸ ਦੀ ਬਾਰਨੈਸ ਨੇ ਉਮੀਦ ਵੀ ਨਹੀਂ ਸੀ ਕੀਤੀ। ਅਵਸਰ ਇਨਸਾਨਾਂ ਨਾਲ ਅਕਸਰ ਇਸ ਤਰ੍ਹਾਂ ਦੀਆਂ ਚਾਲਬਾਜ਼ੀਆਂ ਕਰਦਾ ਹੈ। ਅਵਸਰ ਪਿਛਲੇ ਦਰਵਾਜ਼ੇ ਤੋਂ ਚੁੱਪ ਚਪੀਤਾ ਵੜ ਜਾਂਦਾ ਹੈ। ਸ਼ਾਇਦ ਇਸੇ ਲਈ ਬਹੁਤ ਸਾਰੇ ਲੋਕ ਅਵਸਰ ਨੂੰ ਨਹੀਂ ਪਛਾਣ ਪਾਉਂਦੇ। ਐਡੀਸਨ ਨੇ ਇੱਕ ਨਵਾਂ ਯੰਤਰ ਬਣਾਇਆ ਸੀ ਜਿਸ ਨੂੰ ਉਸ ਵੇਲੇ ਐਡੀਸਨ ਡਿਕਟੇਟਿੰਗ ਮਸ਼ੀਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਯਾਨੀ ਕਿ ਇੱਕ ਟੇਪ ਰਿਕਾਰਡਰ ਬਣਾਇਆ ਸੀ ਜਿਹੜਾ ਕਿ ਆਵਾਜ਼ ਨੂੰ ਰਿਕਾਰਡ ਕਰ ਸਕਦਾ ਸੀ। ਉਹਨਾਂ ਦੇ ਜਿਹੜੇ ਸੇਲਜ਼ਮੈਨ ਸਨ ਉਹ ਇਸ ਮਸ਼ੀਨ ਨੂੰ ਲੈ ਕੇ ਉਤਸ਼ਾਹਿਤ ਨਹੀਂ ਸਨ। ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਇਸ ਨੂੰ ਆਸਾਨੀ ਨਾਲ ਵੇਚਿਆ ਜਾ ਸਕਦਾ ਸੀ। ਪਰ ਬਾਰਨੈਸ ਨੇ ਆਪਣਾ ਅਵਸਰ ਦੇਖਿਆ। ਉਹ ਅਵਸਰ ਚੁੱਪ ਚਪੀਤੇ ਉਸ ਦੇ ਜੀਵਨ ਵਿੱਚ ਆਇਆ ਸੀ, ਇੱਕ ਅਜੀਬ ਜਿਹੀ ਦਿਖਣ ਵਾਲੀ ਮਸ਼ੀਨ ਵਿੱਚ ਲੁਕ ਕੇ, ਜਿਸ ਵਿੱਚ ਬਾਰਨੈਸ ਅਤੇ ਉਸ ਦੇ ਖੋਜੀ ਯਾਨੀ ਐਡੀਸਨ ਨੂੰ ਛੱਡ ਕੇ ਕਿਸੇ ਹੋਰ ਨੂੰ ਇਸ ਵਿੱਚ ਕੋਈ ਰੁਚੀ ਨਹੀਂ ਸੀ। ਬਾਰਨੈਸ ਜਾਣਦੇ ਸਨ ਕਿ ਉਹ ਐਡੀਸਨ ਡਿਕਟੇਟਿੰਗ ਮਸ਼ੀਨ ਨੂੰ ਵੇਚ ਸਕਦਾ ਹੈ। ਉਹਨਾਂ ਨੇ ਐਡੀਸਨ ਨੂੰ ਇਹ ਸੁਝਾਅ ਦਿੱਤਾ ਅਤੇ ਉਹਨਾਂ ਨੂੰ ਤੁਰੰਤ ਆਪਣਾ ਅਵਸਰ ਮਿਲ ਗਿਆ। ਉਹਨਾਂ ਨੇ ਮਸ਼ੀਨ ਵੇਚੀ ਅਤੇ ਇੰਨੀ ਸਫਲਤਾਪੂਰਵਕ ਵੇਚੀ ਕਿ ਐਡੀਸਨ ਨੇ ਉਹਨਾਂ ਨੂੰ ਇਸ ਮਸ਼ੀਨ ਨੂੰ ਸਾਰੇ ਦੇਸ਼ ਵਿੱਚ ਡਿਸਟ੍ਰੀਬਿਊਟ ਅਤੇ ਮਾਰਕੀਟਿੰਗ ਕਰਨ ਦਾ ਕੰਟਰੈਕਟ ਦੇ ਦਿੱਤਾ। ਇਸ ਬਿਜ਼ਨਸ ਸਹਿਯੋਗ ਨਾਲ ਬਾਰਨੈਸ ਨੇ ਢੇਰ ਸਾਰਾ ਪੈਸਾ ਕਮਾਇਆ, ਪਰੰਤੂ ਉਹਨਾਂ ਨੇ ਇਸ ਤੋਂ ਵੀ ਵੱਡਾ ਕੰਮ ਕਰ ਦਿਖਾਇਆ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਇਨਸਾਨ ਸੋਚ ਕੇ ਅਮੀਰ ਬਣ ਸਕਦਾ ਹੈ। ਬਾਰਨੈਸ ਦੀ ਮੌਲਿਕ ਇੱਛਾ ਦਾ ਆਰਥਿਕ ਮੁੱਲ ਉਹਨਾਂ ਲਈ ਕੀ ਸੀ ਇਹ ਤਾਂ ਮੈਂ ਨਹੀਂ ਜਾਣਦਾ। ਸ਼ਾਇਦ ਇਸ ਦੀ ਵਜ੍ਹਾ ਨਾਲ ਉਹਨਾਂ ਨੂੰ 20 ਜਾਂ 30 ਲੱਖ ਡਾਲਰ ਮਿਲੇ ਹੋਣਗੇ, ਪਰੰਤੂ ਰਕਮ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਤਾਂ ਇਹ ਜਾਣਨਾ ਹੈ ਕਿ ਅਸੂਲਾਂ ਦੇ ਸਹਾਰੇ ਇਨਸਾਨ ਆਪਣੇ ਵਿਚਾਰਾਂ ਨੂੰ ਭੌਤਿਕ ਪੁਰਸਕਾਰਾਂ ਵਿੱਚ ਬਦਲ ਸਕਦਾ ਹੈ। ਬਾਰਨੈਸ ਨੇ ਮਹਾਨ ਐਡੀਸਨ ਨਾਲ ਸਾਂਝੇਦਾਰੀ ਦੀ ਗੱਲ ਦਿਲ ਨਾਲ ਸੋਚੀ। ਇਹ ਸੋਚ ਕੇ ਉਹ ਦੌਲਤਮੰਦ ਬਣ ਗਿਆ। ਉਹਨਾਂ ਦੇ ਕੋਲ ਸ਼ੁਰੂਆਤ ਵਿੱਚ ਕੁਝ ਵੀ ਨਹੀਂ ਸੀ। ਉਸ ਵੇਲੇ ਤਾਂ ਉਹ ਇੰਨਾ ਹੀ ਜਾਣਦੇ ਸਨ ਕਿ ਉਹ ਕੀ ਚਾਹੁੰਦੇ ਹਨ ਅਤੇ ਉਹਨਾਂ ਵਿੱਚ ਆਪਣੀ ਮਨਚਾਹੀ ਚੀਜ਼ ਹਾਸਲ ਤੱਕ ਡਟੇ ਰਹਿਣ ਦਾ ਸੰਕਲਪ ਸੀ। ਸੋ ਦੋਸਤੋ, ਇੱਥੋਂ ਤੱਕ ਆਪਾਂ ਇਹ ਸਮਝਿਆ ਕਿ ਕਿਵੇਂ ਇੱਕ ਗਰੀਬ ਘਰ ਦਾ ਮੁੰਡਾ ਜਿਹਦੇ ਦਿਮਾਗ ਵਿੱਚ ਸਿਰਫ ਇੱਕ ਵਿਚਾਰ ਹੀ ਆਇਆ ਸੀ ਕਿ ਮੈਂ ਐਡੀਸਨ ਦਾ ਬਿਜ਼ਨਸ ਪਾਰਟਨਰ ਬਣਨਾ ਹੀ ਬਣਨਾ ਹੈ, ਯਾਨੀ ਇਹ ਸਾਰੀ ਗੱਲ ਇੱਕ ਵਿਚਾਰ ਤੋਂ ਸ਼ੁਰੂ ਹੋਈ ਸੀ। ਸੋ ਉਹਨਾਂ ਨੇ ਇਹ ਸੋਚਿਆ ਕਿ ਉਹ ਅਮੀਰ ਬਣਨਗੇ ਤੇ ਉਹ ਅਮੀਰ ਬਣੇ। ਫਿਰ ਅਗਲੀ ਗੱਲ ਆਉਂਦੀ ਹੈ ਸੋਨੇ ਤੋਂ 3 ਫੁੱਟ ਦੂਰ। ਅਸਫਲਤਾ ਦਾ ਇੱਕ ਆਮ ਕਾਰਨ ਇਹ ਹੈ ਕਿ ਲੋਕ ਅਸਥਾਈ ਨਾਕਾਮਯਾਬੀ ਕਾਰਨ ਬਾਅਦ ਮੈਦਾਨ ਛੱਡ ਦਿੰਦੇ ਹਨ। ਹਰ ਵਿਅਕਤੀ ਕਦੇ ਨਾ ਕਦੇ ਇਹ ਗਲਤੀ ਜ਼ਰੂਰ ਕਰਦਾ ਹੈ, ਯਾਨੀ ਜਦੋਂ ਇਨਸਾਨ ਨੂੰ ਨਾਕਾਮਯਾਬੀ ਹਾਸਲ ਹੁੰਦੀ ਹੈ ਤਾਂ ਉਹ ਆਪਣਾ ਮੈਦਾਨ ਛੱਡ ਦਿੰਦਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਇਹ ਨਾਕਾਮਯਾਬੀ ਪੱਕੇ ਤੌਰ ਤੇ ਨਹੀਂ ਹੈ, ਸਿਰਫ ਇੱਕ ਟੈਂਪਰੇਰੀ ਨਾਕਾਮਯਾਬੀ ਹੈ, ਅਸਥਾਈ ਨਾਕਾਮਯਾਬੀ ਹੈ। ਇਹ ਗੱਲ ਹੁਣ ਇੱਕ ਦੂਸਰੇ ਇਨਸਾਨ ਦੀ ਆ ਜਿਸ ਦਾ ਨਾਮ ਆਰ.ਯੂ. ਡਾਰਬੀ ਤੇ ਇੱਕ ਉਹਨਾਂ ਦਾ ਅੰਕਲ ਸੀ। ਆਰ.ਯੂ. ਡਾਰਬੀ ਦੇ ਇੱਕ ਅੰਕਲ ਗੋਲਡ ਰਸ਼ ਦੇ ਦੌਰਾਨ, ਯਾਨੀ ਜਦੋਂ ਸੋਨੇ ਬਾਰੇ ਪਤਾ ਲੱਗਾ ਸੀ ਤਾਂ ਸੋਨੇ ਦੀਆਂ ਖੁਦਾਈਆਂ ਹੁੰਦੀਆਂ ਸਨ, ਉਸ ਦੌਰ ਦੀ ਗੱਲ ਆ ਕਿ ਉਸ ਦੌਰ ਅੰਦਰ ਆਰ.ਯੂ. ਡਾਰਬੀ ਤੇ ਉਹਨਾਂ ਦੇ ਅੰਕਲ ਸੋਨੇ ਦੀ ਖੋਜ ਦੀ ਮੁਹਿੰਮ ਵਿੱਚ ਰੁੱਝ ਗਏ। ਉਹ ਖੁਦਾਈ ਕਰਨ ਅਤੇ ਅਮੀਰ ਬਣਨ ਲਈ ਪੱਛਮ ਦਿਸ਼ਾ ਵਿੱਚ ਗਏ। ਉਹ ਨਹੀਂ ਸਨ ਜਾਣਦੇ ਕਿ ਧਰਤੀ ਹੇਠਾਂ ਜਿੰਨਾ ਸੋਨਾ ਛੁਪਿਆ ਹੈ ਉਸ ਤੋਂ ਕਿਤੇ ਜ਼ਿਆਦਾ ਸੋਨਾ ਇਨਸਾਨ ਦੇ ਵਿਚਾਰਾਂ ਅੰਦਰ ਲੁਕਿਆ ਪਿਆ ਹੈ।
ਉਹ ਤਾਂ ਕਹੀ ਲੈ ਕੇ ਜ਼ਮੀਨ ਦੇ ਟੁਕੜੇ ਉੱਤੇ ਖੁਦਾਈ ਕਰਨ ਵਿੱਚ ਰੁੱਝ ਗਏ। ਕਈ ਹਫ਼ਤਿਆਂ ਦੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਲਿਸ਼ਕਦੇ ਹੋਏ ਸੋਨੇ ਦੀ ਚਮਕ ਦਿਖਾਈ ਦਿੱਤੀ, ਪਰੰਤੂ ਉਸ ਸੋਨੇ ਨੂੰ ਧਰਾਤਲ ਤੋਂ ਲਿਆਉਣ ਲਈ ਮਸ਼ੀਨਾਂ ਦੀ ਲੋੜ ਸੀ। ਚੁੱਪ ਚਪੀਤੇ ਉਹਨਾਂ ਨੇ ਖਾਣ ਦੇ ਮੂੰਹ ਨੂੰ ਢੱਕ ਦਿੱਤਾ ਅਤੇ ਆਪਣੇ ਘਰ ਨੂੰ ਵਾਪਸ ਮੁੜ ਗਏ। ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਕੁਝ ਦੋਸਤਾਂ ਨੂੰ ਸੋਨੇ ਦੀ ਖੁਦਾਈ ਵਿੱਚ ਸਫਲਤਾ ਬਾਰੇ ਦੱਸਿਆ। ਉਹਨਾਂ ਨੇ ਮਿਲ ਕੇ ਮਸ਼ੀਨਾਂ ਖਰੀਦਣ ਲਈ ਲੋੜੀਂਦਾ ਧਨ ਇਕੱਤਰ ਕੀਤਾ। ਅੰਕਲ ਅਤੇ ਡਾਰਬੀ ਖਾਣ ਉੱਪਰ ਕੰਮ ਕਰਨ ਲਈ ਪਰਤ ਗਏ। ਕੱਚੀ ਧਾਤੂ ਦੀ ਪਹਿਲੀ ਖੇਪ ਨੂੰ ਸਮੈਲਟਰ ਤੱਕ ਪਹੁੰਚਾਇਆ ਗਿਆ, ਯਾਨੀ ਨੀਚੇ ਜ਼ਮੀਨ ਵਿੱਚ ਪਹੁੰਚਾਇਆ ਗਿਆ। ਉੱਥੋਂ ਇਹ ਪਤਾ ਚੱਲਿਆ ਕਿ ਉਹਨਾਂ ਦੀ ਖਾਣ ਸਭ ਤੋਂ ਵਧੀਆ ਖਾਣ ਸੀ। ਕੱਚੀ ਧਾਤੂ ਦੀਆਂ ਕੁਝ ਖੇਪਾਂ ਵਿੱਚ ਹੀ ਉਹਨਾਂ ਦੇ ਸਾਰੇ ਕਰਜ਼ੇ ਉਤਰ ਜਾਂਦੇ। ਫਿਰ ਭਾਰੀ ਮੁਨਾਫੇ ਦੀ ਵਾਰੀ ਆਉਂਦੀ। ਖੁਦਾਈ ਕਰਨ ਵਾਲੀਆਂ ਮਸ਼ੀਨਾਂ ਹੇਠਾਂ ਨੂੰ ਜਾ ਰਹੀਆਂ ਸਨ। ਡਾਰਬੀ ਅਤੇ ਅੰਕਲ ਦੀਆਂ ਆਸਾਵਾਂ ਅਸਮਾਨ ਨੂੰ ਛੂਹ ਰਹੀਆਂ ਸਨ। ਉਦੋਂ ਅਚਾਨਕ ਕੁਝ ਹੋਇਆ। ਸੋਨੇ ਦੀ ਲਿਸ਼ਕ ਗਾਇਬ ਹੋ ਗਈ। ਉਹ ਸਤਰੰਗੀ ਪੀਂਘ ਦੇ ਅੰਤਲੇ ਸਿਰੇ ਉੱਪਰ ਆ ਗਏ ਸਨ ਤੇ ਸੋਨਾ ਹੁਣ ਉੱਥੇ ਨਹੀਂ ਸੀ। ਉਹ ਪੁੱਟਦੇ ਰਹੇ ਇਸ ਆਸ ਨਾਲ ਕਿ ਇੱਕ ਵਾਰ ਫਿਰ ਸੋਨੇ ਦੀ ਲਿਸ਼ਕ ਦਿਖ ਜਾਏ, ਪਰੰਤੂ ਉਹਨਾਂ ਦੀ ਮਿਹਨਤ ਬੇਕਾਰ ਗਈ। ਆਖਿਰਕਾਰ ਉਹਨਾਂ ਨੇ ਮੈਦਾਨ ਛੱਡਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਇੱਕ ਕਬਾੜੀ ਨੂੰ ਮਸ਼ੀਨਾਂ ਕੌਡੀਆਂ ਦੇ ਮੁੱਲ ਵੇਚ ਦਿੱਤੀਆਂ ਅਤੇ ਟ੍ਰੇਨ ਫੜ ਕੇ ਘਰ ਮੋੜ ਆਏ। ਕਬਾੜੀ ਨੇ ਇੱਕ ਮਾਈਨਿੰਗ ਇੰਜੀਨੀਅਰ ਨੂੰ ਸੱਦਿਆ ਤੇ ਖਾਣ ਦਾ ਮੁਆਇਨਾ ਕਰਵਾਇਆ। ਇੰਜੀਨੀਅਰ ਨੇ ਸਲਾਹ ਦਿੱਤੀ ਕਿ ਇਹ ਪ੍ਰੋਜੈਕਟ ਇਸ ਲਈ ਅਸਫਲ ਹੋਇਆ ਹੈ ਕਿਉਂਕਿ ਇਸ ਦੇ ਮਾਲਕ ਇਹ ਨਹੀਂ ਸਨ ਜਾਣਦੇ ਕਿ ਵਿਚਕਾਰ ਫਾਲਟ ਲਾਈਨ ਆਉਂਦੀ ਹੈ। ਇੰਜੀਨੀਅਰ ਦੇ ਵਿਸ਼ਲੇਸ਼ਣ ਅਨੁਸਾਰ ਸੋਨੇ ਦੀ ਲਿਸ਼ਕ ਉਸ ਸਥਾਨ ਤੋਂ ਕੇਵਲ 3 ਫੁੱਟ ਹੇਠਾਂ ਦੂਰ ਹੀ ਸੀ ਜਿੱਥੇ ਡਾਰਬੀ ਨੇ ਖੁਦਾਈ ਬੰਦ ਕੀਤੀ ਸੀ, ਅਤੇ ਇੰਜੀਨੀਅਰ ਦਾ ਅਨੁਮਾਨ ਇਹ ਸੱਚ ਸਾਬਤ ਹੋਇਆ। ਯਾਨੀ ਜਿੱਥੇ ਡਾਰਬੀ ਤੇ ਉਹਨਾਂ ਦੇ ਅੰਕਲ ਨੇ ਖੁਦਾਈ ਬੰਦ ਕੀਤੀ ਸੀ ਕਿ ਹੁਣ ਇੱਥੋਂ ਸੋਨਾ ਨਹੀਂ ਨਿਕਲਣਾ, ਤਾਂ ਉਹ ਘਰ ਵਾਪਸ ਆ ਗਏ ਸਨ। ਉੱਥੋਂ ਸਿਰਫ 3 ਫੁੱਟ ਹੇਠਾਂ ਹੀ ਕਬਾੜੀ ਨੂੰ ਖਾਣ ਤੋਂ ਲੱਖਾਂ ਕਰੋੜਾਂ ਡਾਲਰ ਦਾ ਸੋਨਾ ਮਿਲਿਆ, ਸਿਰਫ ਇਸ ਲਈ ਕਿਉਂਕਿ ਉਹ ਜਾਣਦਾ ਸੀ ਕਿ ਹਾਰ ਮੰਨਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣਾ ਠੀਕ ਹੁੰਦਾ ਹੈ। ਲੋਕਾਂ ਦੇ ਨਾ ਕਹਿਣ ਤੇ ਮੈਂ ਕਦੇ ਨਹੀਂ ਰੁਕਾਂਗਾ। ਬਾਅਦ ਵਿੱਚ ਜਦੋਂ ਮਿਸਟਰ ਡਾਰਬੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਇਸ ਨੁਕਸਾਨ ਦੀ ਕਈ ਗੁਣਾ ਭਰਪਾਈ ਕਰ ਲਈ। ਜਦੋਂ ਉਹਨਾਂ ਨੇ ਇਹ ਖੋਜ ਲਿਆ ਕਿ ਇੱਛਾ ਨੂੰ ਸੋਨੇ ਵਿੱਚ ਬਦਲਿਆ ਜਾ ਸਕਦਾ ਹੈ, ਇਹ ਖੋਜ ਉਹਨਾਂ ਨੇ ਉਦੋਂ ਕੀਤੀ ਜਦੋਂ ਉਹ ਜੀਵਨ ਬੀਮਾ ਵੇਚਣ ਦੇ ਬਿਜ਼ਨਸ ਅੰਦਰ ਗਏ। ਯਾਨੀ ਕਿ ਖੁਦਾਈ ਤੋਂ ਬਾਅਦ ਜਦੋਂ ਵਾਪਸ ਚਲੇ ਗਏ ਸਨ ਤਾਂ ਫਿਰ ਉਹਨਾਂ ਨੇ ਜੀਵਨ ਬੀਮੇ ਵੇਚਣੇ ਸ਼ੁਰੂ ਕਰ ਦਿੱਤੇ ਸਨ। ਉਹਨਾਂ ਨੂੰ ਯਾਦ ਸੀ ਕਿ ਉਹਨਾਂ ਨੇ ਸੋਨੇ ਤੋਂ 3 ਫੁੱਟ ਦੂਰ ਤੋਂ ਹੀ ਹਾਰ ਮੰਨ ਲਈ ਸੀ। ਡਾਰਬੀ ਨੇ ਇਸ ਅਨੁਭਵ ਨਾਲ ਸਿੱਖਿਆ ਅਤੇ ਉਹ ਆਪਣੇ ਨਵੇਂ ਬਿਜ਼ਨਸ ਵਿੱਚ ਖੁਦ ਨੂੰ ਇਹ ਕਿਹਾ ਕਰਦੇ ਸਨ, ਮੈਂ ਸੋਨੇ ਤੋਂ 3 ਫੁੱਟ ਦੂਰ ਰੁਕ ਗਿਆ ਸੀ, ਪਰੰਤੂ ਜਦੋਂ ਮੈਂ ਲੋਕਾਂ ਨੂੰ ਬੀਮਾ ਖਰੀਦਣ ਲਈ ਕਹਿੰਦਾ ਹਾਂ ਤਾਂ ਮੈਂ ਸਿਰਫ ਇਸ ਲਈ ਕਦੇ ਨਹੀਂ ਰੁਕਦਾ ਕਿਉਂਕਿ ਉਹਨਾਂ ਨੇ ਨਾ ਕਹਿ ਦਿੱਤਾ ਹੈ। ਡਾਰਬੀ ਇਹੋ ਜਿਹੇ ਕੁਝ 94 ਲੋਕਾਂ ਵਿੱਚੋਂ ਇੱਕ ਬਣ ਗਏ ਜਿਨ੍ਹਾਂ ਨੇ ਹਰ ਸਾਲ $1 ਮਿਲੀਅਨ ਤੋਂ ਜ਼ਿਆਦਾ ਦਾ ਬੀਮਾ ਵੇਚਿਆ। ਉਹਨਾਂ ਨੇ ਸੋਨੇ ਦੀ ਖਾਣ ਦੇ ਬਿਜ਼ਨਸ ਦੇ ਹਾਰ ਮੰਨਣ ਦੇ ਅਨੁਭਵ ਤੋਂ ਜੁਟੇ ਰਹਿਣ ਦਾ ਸਬਕ ਸਿੱਖ ਲਿਆ ਸੀ। ਦੋਸਤੋ, ਗੱਲ ਨੂੰ ਥੋੜਾ ਧਿਆਨ ਨਾਲ ਸਮਝਣਾ ਕਿ ਜਿਹੜਾ ਉਹਨਾਂ ਨੇ ਸਬਕ ਸਿੱਖਿਆ ਸੀ ਕਿ ਮੈਂ ਸੋਨੇ ਤੋਂ 3 ਫੁੱਟ ਦੂਰ ਰਹਿ ਗਿਆ ਸੀ ਤੇ ਮੈਂ ਹਾਰ ਮੰਨ ਲਈ ਸੀ, ਸੋ ਇਸ ਲਈ ਜਦੋਂ ਉਹਨਾਂ ਨੇ ਜੀਵਨ ਬੀਮਾ ਵੇਚਣਾ ਸ਼ੁਰੂ ਕੀਤਾ ਤੇ ਜਦੋਂ ਲੋਕ ਨਾ ਵੀ ਕਹਿੰਦੇ ਸਨ, ਉਹ ਤਾਂ ਵੀ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਮਨਾ ਕੇ ਜੀਵਨ ਬੀਮਾ ਕਰ ਦਿੰਦੇ ਸਨ ਤੇ ਉਹਨਾਂ ਨੇ ਸਾਲ ਵਿੱਚ $1 ਮਿਲੀਅਨ ਤੋਂ ਜ਼ਿਆਦਾ ਦਾ ਜੀਵਨ ਬੀਮਾ ਵੇਚ ਦਿੱਤਾ ਸੀ। ਉਹਨਾਂ ਨੂੰ ਪਤਾ ਸੀ ਕਿ ਕੰਮ ਵਿੱਚ ਜੁਟੇ ਰਹਿਣ ਦਾ ਮੁੱਲ ਜ਼ਰੂਰ ਮਿਲਦਾ ਹੈ। ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਸਫਲਤਾ ਆਉਣ ਤੋਂ ਪਹਿਲਾਂ ਉਸ ਦੇ ਜੀਵਨ ਅੰਦਰ ਅਸਥਾਈ ਨਾਕਾਮਯਾਬੀ ਜਾਂ ਅਸਫਲਤਾ ਜ਼ਰੂਰ ਆਉਂਦੀ ਹੈ। ਦੋਸਤੋ, ਇਸ ਗੱਲ ਤੇ ਵੀ ਖਾਸ ਧਿਆਨ ਦੇਣਾ ਕਿ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਸਫਲਤਾ ਆਉਣ ਤੋਂ ਪਹਿਲਾਂ ਉਸ ਦੇ ਜੀਵਨ ਅੰਦਰ ਅਸਥਾਈ ਨਾਕਾਮਯਾਬੀ ਜਾਂ ਅਸਫਲਤਾ ਜ਼ਰੂਰ ਆਉਂਦੀ ਹੈ। ਜਦੋਂ ਆਦਮੀ ਹਾਰ ਮੰਨ ਜਾਂਦਾ ਹੈ ਤਾਂ ਸਭ ਤੋਂ ਆਸਾਨ ਅਤੇ ਤਾਰਕਿਕ ਰਸਤਾ ਇਹੀ ਹੁੰਦਾ ਹੈ ਕਿ ਉਹ ਮੈਦਾਨ ਛੱਡ ਦਿੱਤਾ ਜਾਏ, ਅਤੇ ਜ਼ਿਆਦਾਤਰ ਲੋਕ ਕਰਦੇ ਵੀ ਇਹੋ ਹਨ। ਇਸ ਦੇਸ਼ ਦੇ ਸਭ ਤੋਂ ਸਫਲ 500 ਤੋਂ ਜ਼ਿਆਦਾ ਲੋਕਾਂ ਨੇ ਇਸ ਲੇਖਕ ਨੈਪੋਲੀਅਨ ਹਿੱਲ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਮਹਾਨ ਸਫਲਤਾ ਉਸ ਮੋੜ ਉੱਤੇ ਮਿਲੀ ਜਦੋਂ ਉਹ ਹਾਰ ਚੁੱਕੇ ਸਨ ਅਤੇ ਹਾਰਨ ਦੇ ਬਿੰਦੂ ਤੋਂ ਸਿਰਫ ਇੱਕ ਕਦਮ ਅੱਗੇ ਹੀ ਸਫਲਤਾ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਅਸਫਲਤਾ ਬਹੁਤ ਚਲਾਕ ਅਤੇ ਮਜ਼ਾਕੀਆ ਕਿਸਮ ਦੀ ਹੁੰਦੀ ਹੈ। ਇਸ ਨੂੰ ਲੋਕਾਂ ਨੂੰ ਉਦੋਂ ਡੇਗਣ ਵਿੱਚ ਮਜ਼ਾ ਆਉਂਦਾ ਹੈ ਜਦੋਂ ਸਫਲਤਾ ਉਹਨਾਂ ਦੇ ਬਹੁਤ ਨੇੜੇ ਹੁੰਦੀ ਹੈ। ਲਗਨ ਦਾ 50 ਸੈਂਟ ਦਾ ਸਬਕ। ਇਹ ਹੁਣ ਤੀਜੀ ਕਹਾਣੀ ਹੈ ਲਗਨ ਦਾ 50 ਸੈਂਟ ਦਾ ਸਬਕ, ਪਰ ਮਿਸਟਰ ਡਾਰਬੀ ਦਾ ਇਹ ਦੂਜਾ ਅਨੁਭਵ ਹੈ। ਮਿਸਟਰ ਡਾਰਬੀ ਨੂੰ ਸੋਨੇ ਦੀ ਖੁਦਾਈ ਦੇ ਅਨੁਭਵ ਨਾਲ ਅਸਫਲਤਾ ਦੀ ਯੂਨੀਵਰਸਿਟੀ ਤੋਂ ਡਿਗਰੀ ਮਿਲੀ। ਉਸ ਦੇ ਕੁਝ ਸਮਾਂ ਬਾਅਦ ਹੀ ਉਹਨਾਂ ਨੂੰ ਇੱਕ ਹੋਰ ਨਵਾਂ ਅਨੁਭਵ ਹੋਇਆ ਜਿਸ ਨਾਲ ਉਹਨਾਂ ਨੂੰ ਇਹ ਸਿੱਖਿਆ ਮਿਲੀ ਕਿ ਨਾ ਦਾ ਮਤਲਬ ਹਮੇਸ਼ਾ ਨਾ ਨਹੀਂ ਹੁੰਦਾ। ਇੱਕ ਦੁਪਹਿਰ ਨੂੰ ਉਹ ਪੁਰਾਣੀ ਮਿੱਲ ਅੰਦਰ ਕਣਕ ਸਾਫ਼ ਕਰਨ ਵਿੱਚ ਆਪਣੇ ਅੰਕਲ ਦੀ ਮਦਦ ਕਰ ਰਹੇ ਸਨ।
ਅੰਕਲ ਦੇ ਵੱਡੇ ਫਾਰਮ ਉੱਪਰ ਬਹੁਤ ਸਾਰੇ ਬਲੈਕ ਕਿਸਾਨ ਰਿਹਾ ਕਰਦੇ ਸਨ, ਜਿਹੜੀ ਫਸਲ ਠੇਕੇ ਉੱਤੇ ਲੈ ਲੈਂਦੇ ਸਨ। ਹੌਲੀ ਨਾਲ ਦਰਵਾਜ਼ਾ ਖੁੱਲ੍ਹਿਆ ਅਤੇ ਕਿਰਾਏਦਾਰ ਦੀ ਨਿੱਕੀ ਜਿਹੀ ਬਲੈਕ ਕੁੜੀ ਅੰਦਰ ਆਈ ਤੇ ਦਰਵਾਜ਼ੇ ਨਾਲ ਟਿਕ ਕੇ ਖੜੀ ਹੋ ਗਈ। ਦੋਸਤੋ, ਇਹ ਉਹ ਸਮਾਂ ਸੀ ਜਦੋਂ ਬਲੈਕ ਲੋਕਾਂ ਨੂੰ ਅੰਗਰੇਜ਼ ਨਫ਼ਰਤ ਕਰਦੇ ਸਨ। ਅੰਕਲ ਨੇ ਉਸ ਬਲੈਕ ਕੁੜੀ ਨੂੰ ਚਿਲਾ ਕੇ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ। ਨਿਮਰਤਾ ਨਾਲ ਬੱਚੀ ਨੇ ਜਵਾਬ ਦਿੱਤਾ, ਮੇਰੀ ਮਾਂ ਨੇ ਕਿਹਾ ਹੈ ਕਿ ਤੁਸੀਂ ਉਸ ਨੂੰ 50 ਸੈਂਟ ਭੇਜ ਦਿਓ। ਮੈਂ ਨਹੀਂ ਭੇਜਾਂਗਾ, ਅੰਕਲ ਨੇ ਜਵਾਬ ਦਿੱਤਾ। ਹੁਣ ਤੂੰ ਘਰ ਵੱਲ ਦੌੜ ਜਾ। ਬੱਚੀ ਨੇ ਜਵਾਬ ਦਿੱਤਾ, ਯੈਸ ਸਰ, ਪਰੰਤੂ ਉਹ ਜਰਾ ਵੀ ਨਹੀਂ ਹਿੱਲੀ। ਅੰਕਲ ਆਪਣੇ ਕੰਮ ਵਿੱਚ ਰੁੱਝ ਗਏ ਅਤੇ ਉਹ ਇੰਨੇ ਵਿਅਸਤ ਸਨ ਕਿ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਬੱਚੀ ਹੁਣ ਗਈ ਨਹੀਂ, ਉੱਥੇ ਹੀ ਹੈ। ਕਾਫੀ ਦੇਰ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਹੁਣ ਵੀ ਉੱਥੇ ਹੀ ਖੜੀ ਹੈ ਤਾਂ ਉਹ ਫੇਰ ਚੀਕੇ, ਮੈਂ ਤੈਨੂੰ ਕਿਹਾ ਸੀ ਘਰ ਚਲੀ ਜਾ, ਜਾ ਹੁਣ ਚਲੀ ਜਾ, ਨਹੀਂ ਤਾਂ ਤੇਰੀ ਪਟਾਈ ਕਰ ਦੇਵਾਂਗਾ। ਯੈਸ ਸਰ, ਬੱਚੀ ਨੇ ਜਵਾਬ ਦਿੱਤਾ, ਪਰੰਤੂ ਉਹ ਫੇਰ ਵੀ ਨਾ ਹਿੱਲੀ। ਅੰਕਲ ਨੇ ਉਸ ਕਣਕ ਦੀ ਬੋਰੀ ਨੂੰ ਉੱਥੇ ਹੀ ਸੁੱਟ ਦਿੱਤਾ ਜਿਸ ਨੂੰ ਉਹ ਚੁੱਕ ਕੇ ਥ੍ਰੈਸ਼ਰ ਵਿੱਚ ਪਾਉਣ ਵਾਲੇ ਸਨ ਅਤੇ ਇੱਕ ਡੰਡਾ ਚੁੱਕ ਕੇ ਉਹ ਬੱਚੀ ਵੱਲ ਵਧੇ। ਉਹਨਾਂ ਦੇ ਹਾਵ ਭਾਵ ਨਾਲ ਲੱਗ ਰਿਹਾ ਸੀ ਕਿ ਅੱਜ ਉਹ ਬੱਚੀ ਨੂੰ ਸਬਕ ਸਿਖਾ ਕੇ ਹੀ ਰਹਿਣਗੇ। ਡਾਰਬੀ ਦੇਖ ਰਹੇ ਸਨ ਤੇ ਉਹਨਾਂ ਦਾ ਸਾਹ ਰੁਕ ਗਿਆ। ਉਹਨਾਂ ਨੂੰ ਵਿਸ਼ਵਾਸ ਸੀ ਕਿ ਅੰਕਲ ਹੁਣ ਹਮਲਾ ਕਰਨ ਹੀ ਵਾਲੇ ਸਨ, ਕਿਉਂਕਿ ਉਹ ਜਾਣਦਾ ਸੀ ਕਿ ਅੰਕਲ ਦਾ ਗੁੱਸਾ ਬਹੁਤ ਤੇਜ਼ ਸੀ। ਜਦੋਂ ਅੰਕਲ ਬੱਚੀ ਕੋਲ ਪਹੁੰਚੇ ਤਾਂ ਬੱਚੀ ਇੱਕਦਮ ਅੱਗੇ ਵਧੀ ਅਤੇ ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤੇਜ਼ ਆਵਾਜ਼ ਨਾਲ ਚੀਕੀ, ਮੇਰੀ ਮੰਮੀ ਨੂੰ 50 ਸੈਂਟ ਚਾਹੀਦੇ ਹੀ ਚਾਹੀਦੇ ਨੇ। ਅੰਕਲ ਰੁਕ ਗਏ। ਉਹਨਾਂ ਨੇ ਉਸ ਵੱਲ 1 ਮਿੰਟ ਦੇਖਿਆ ਤੇ ਫਿਰ ਹੌਲੀ ਜਿਹੇ ਡੰਡੇ ਨੂੰ ਫਰਸ਼ ਉੱਤੇ ਰੱਖ ਦਿੱਤਾ, ਆਪਣੀ ਜੇਬ ਵਿੱਚ ਹੱਥ ਪਾਇਆ ਤੇ ਅੱਧਾ ਡਾਲਰ ਕੱਢਿਆ ਤੇ ਬੱਚੀ ਨੂੰ ਦੇ ਦਿੱਤਾ। ਬੱਚੀ ਨੇ ਪੈਸੇ ਲੈ ਲਏ ਅਤੇ ਦਰਵਾਜ਼ੇ ਵੱਲ ਪਿੱਛੇ ਨੂੰ ਵਧਣ ਲੱਗੀ, ਪਰੰਤੂ ਉਸਨੇ ਆਪਣੀਆਂ ਅੱਖਾਂ ਉਸ ਆਦਮੀ ਤੋਂ ਪਰੇ ਨਹੀਂ ਕੀਤੀਆਂ ਜਿਸ ਨੂੰ ਉਸਨੇ ਹੁਣੇ ਹੀ ਹਰਾਇਆ ਸੀ। ਜਦੋਂ ਉਹ ਚਲੀ ਗਈ ਤਾਂ ਅੰਕਲ ਇੱਕ ਬਕਸੇ ਉੱਤੇ ਬੈਠ ਗਏ ਅਤੇ 10 ਮਿੰਟਾਂ ਤੱਕ ਖਿੜਕੀ ਤੋਂ ਬਾਹਰ ਝਾਕਦਿਆਂ ਕੁਝ ਸੋਚਦੇ ਰਹੇ। ਉਹ ਸੋਚਦੇ ਰਹੇ ਸਨ ਕਿ ਇੱਕ ਨਿੱਕੀ ਜਿਹੀ ਬੱਚੀ ਦੀ ਲਗਨ ਨੇ ਉਹਨਾਂ ਨੂੰ ਕਿਵੇਂ ਹਰਾ ਦਿੱਤਾ ਸੀ। ਮਿਸਟਰ ਡਾਰਬੀ ਦੇ ਮਨ ਅੰਦਰ ਵੀ ਚਿੰਤਨ ਚੱਲ ਰਿਹਾ ਸੀ। ਉਹਨਾਂ ਦੇ ਅਨੁਭਵ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਉਹਨਾਂ ਨੇ ਕਿਸੇ ਬਲੈਕ ਬੱਚੀ ਨੂੰ ਕਿਸੇ ਬਾਲਗ ਚਿੱਟੇ ਆਦਮੀ ਉੱਤੇ ਭਾਰੀ ਪੈਂਦਾ ਦੇਖਿਆ ਸੀ। ਉਸਨੇ ਇੰਜ ਕਿਵੇਂ ਕੀਤਾ? ਉਹਨਾਂ ਦੇ ਅੰਕਲ ਨੂੰ ਕੀ ਹੋ ਗਿਆ ਸੀ ਜਿਹੜਾ ਉਹਨਾਂ ਦਾ ਗੁੱਸਾ ਉੱਡ ਗਿਆ ਸੀ ਅਤੇ ਉਹ ਇੱਕ ਭੇਡੂ ਵਾਂਗ ਆਗਿਆਕਾਰੀ ਬਣ ਗਏ? ਇਸ ਬੱਚੀ ਅੰਦਰ ਉਹ ਕਿਹੜੀ ਸ਼ਕਤੀ ਸੀ ਜਿਸ ਦੇ ਕਾਰਨ ਉਸ ਨੂੰ ਸਫਲਤਾ ਮਿਲੀ? ਡਾਰਬੀ ਦੇ ਮਨ ਅੰਦਰ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਉੱਠ ਰਹੇ ਸਨ, ਪਰੰਤੂ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਸਾਲਾਂ ਤੱਕ ਨਹੀਂ ਮਿਲੇ ਅਤੇ ਇੱਕ ਦਿਨ ਉਹਨਾਂ ਨੇ ਮੈਨੂੰ ਇਹ ਕਹਾਣੀ ਸੁਣਾਈ, ਯਾਨੀ ਲੇਖਕ ਨੂੰ ਇਹ ਕਹਾਣੀ ਸੁਣਾਈ। ਅਜੀਬ ਸੰਜੋਗ ਸੀ ਕਿ ਇਹ ਅਸਾਧਾਰਨ ਅਨੁਭਵ ਇਸ ਲੇਖਕ ਯਾਨੀ ਨੈਪੋਲੀਅਨ ਹਿੱਲ ਨੂੰ ਉਸੇ ਪੁਰਾਣੀ ਮਿੱਲ ਵਿੱਚ ਸੁਣਾਇਆ ਗਿਆ, ਠੀਕ ਉਸੇ ਥਾਂ 'ਤੇ ਜਿਸ ਜਗ੍ਹਾ 'ਤੇ ਅੰਕਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੱਚੇ ਦੀ ਅਦਭੁਤ ਸ਼ਕਤੀ। ਜਦੋਂ ਅਸੀਂ ਉਸ ਪੁਰਾਣੀ ਮਿੱਲ ਅੰਦਰ ਖੜੇ ਸੀ ਤਾਂ ਮਿਸਟਰ ਡਾਰਬੀ ਨੇ ਇਸ ਅਸਾਧਾਰਨ ਸਫਲਤਾ ਦੀ ਕਹਾਣੀ ਨੂੰ ਦੁਹਰਾਇਆ ਅਤੇ ਅੰਤ ਵਿੱਚ ਇਹ ਸਵਾਲ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ ਇਸ ਬੱਚੀ ਅੰਦਰ ਉਹ ਕਿਹੜੀ ਅਦਭੁਤ ਸ਼ਕਤੀ ਸੀ ਜਿਸ ਕਾਰਨ ਉਸਨੇ ਅੰਕਲ ਨੂੰ ਹਰਾ ਦਿੱਤਾ? ਇਸ ਸਵਾਲ ਦਾ ਜਵਾਬ ਇਸ ਪੁਸਤਕ ਵਿੱਚ ਦਿੱਤੇ ਗਏ ਅਸੂਲਾਂ ਅੰਦਰ ਮਿਲ ਜਾਏਗਾ। ਜਵਾਬ ਪੂਰੀ ਤਰ੍ਹਾਂ ਨਾਲ ਦਿੱਤਾ ਗਿਆ ਹੈ ਅਤੇ ਇਸ ਨਾਲ ਤੁਸੀਂ ਸੰਤੁਸ਼ਟ ਵੀ ਹੋਵੋਗੇ। ਇਸ ਵਿੱਚ ਉਹ ਸਾਰੀ ਜਾਣਕਾਰੀ ਅਤੇ ਹਦਾਇਤਾਂ ਹਨ ਜਿਨ੍ਹਾਂ ਦੀ ਮਦਦ ਨਾਲ ਕੋਈ ਵੀ ਆਦਮੀ ਉਸੇ ਅਦਭੁਤ ਸ਼ਕਤੀ ਦਾ ਪ੍ਰਯੋਗ ਕਰ ਸਕਦਾ ਹੈ ਜਿਸ ਦਾ ਪ੍ਰਯੋਗ ਉਸ ਬੱਚੀ ਨੇ ਸੰਯੋਗ ਨਾਲ ਕੀਤਾ ਸੀ। ਆਪਣੇ ਦਿਮਾਗ ਨੂੰ ਚੇਤਨ ਰੱਖੋ ਅਤੇ ਤੁਸੀਂ ਦੇਖ ਪਾਓਗੇ ਕਿ ਕਿਸ ਅਦਭੁਤ ਸ਼ਕਤੀ ਨੇ ਉਸ ਬੱਚੀ ਦੀ ਮਦਦ ਕੀਤੀ। ਤੁਸੀਂ ਅਗਲੇ ਭਾਗ ਅੰਦਰ ਇਸ ਸ਼ਕਤੀ ਦੀ ਇੱਕ ਝਲਕ ਦੇਖ ਸਕੋਗੇ। ਇਸ ਪੁਸਤਕ ਵਿੱਚ ਕਿਤੋਂ ਵੀ ਤੁਹਾਨੂੰ ਇੱਕ ਵਿਚਾਰ ਮਿਲ ਜਾਏਗਾ ਜਿਸ ਨਾਲ ਤੁਹਾਡੀ ਗ੍ਰਹਿਣਸ਼ੀਲ ਸ਼ਕਤੀਆਂ ਤਿੱਖੀਆਂ ਹੋ ਜਾਣਗੀਆਂ ਅਤੇ ਤੁਸੀਂ ਵੀ ਆਪਣੇ ਫਾਇਦੇ ਲਈ ਇਹਨਾਂ ਅਚੂਕ ਸ਼ਕਤੀਆਂ ਦਾ ਉਪਯੋਗ ਕਰ ਸਕੋਗੇ। ਇਸ ਸ਼ਕਤੀ ਦਾ ਅਹਿਸਾਸ ਤੁਹਾਨੂੰ ਪਹਿਲੇ ਭਾਗ ਵਿੱਚ ਵੀ ਹੋ ਸਕਦਾ ਹੈ ਜਾਂ ਫਿਰ ਇਹ ਅੱਗੋਂ ਦੇ ਕਿਸੇ ਭਾਗ ਵਿੱਚ ਤੁਹਾਡੇ ਦਿਮਾਗ ਅੰਦਰ ਚਮਕ ਸਕਦਾ ਹੈ। ਇਹ ਇੱਕ ਵਿਚਾਰ ਦੇ ਤੌਰ ਤੇ ਵੀ ਆ ਸਕਦਾ ਹੈ ਜਾਂ ਇਹ ਕਿਸੇ ਯੋਜਨਾ ਜਾਂ ਨਿਸ਼ਾਨੇ ਦੇ ਤੌਰ ਤੇ ਵੀ ਆ ਸਕਦਾ ਹੈ। ਇਹ ਤੁਹਾਨੂੰ ਅਤੀਤ ਵੱਲ ਲਿਜਾ ਸਕਦਾ ਹੈ, ਅਸਫਲਤਾ ਜਾਂ ਹਾਰ ਦੇ ਪੁਰਾਣੇ ਅਨੁਭਵਾਂ ਵੱਲ, ਅਤੇ ਉਹਨਾਂ ਨਾਲੋਂ ਕੋਈ ਇਹੋ ਜਿਹਾ ਸਬਕ ਕਢਵਾ ਸਕਦਾ ਹੈ ਜਿਸ ਰਾਹੀਂ ਤੁਸੀਂ ਜਿੰਨਾ ਖੋਇਆ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਹਾਸਿਲ ਕਰ ਸਕੋ। ਜਦੋਂ ਮੈਂ ਮਿਸਟਰ ਡਾਰਬੀ ਨੂੰ ਦੱਸਿਆ ਕਿ ਉਹ ਛੋਟੀ ਜਿਹੀ ਬਲੈਕ ਬੱਚੀ ਕਿਹੜੀ ਅਦਭੁਤ ਸ਼ਕਤੀ ਦਾ ਪ੍ਰਯੋਗ ਕਰ ਰਹੀ ਸੀ ਤਾਂ ਉਹਨਾਂ ਨੇ 30 ਸਾਲ ਦੇ
ਆਪਣੇ ਜੀਵਨ ਬੀਮਾ ਸੇਲਜ਼ਮੈਨ ਦੇ ਕੰਮ ਦਾ ਵਿਸ਼ਲੇਸ਼ਣ ਕਰਦੇ ਹੋਏ ਇਹ ਤੁਰੰਤ ਸਵੀਕਾਰ ਕੀਤਾ ਕਿ ਇਸ ਖੇਤਰ ਵਿੱਚ ਉਹਨਾਂ ਦੀ ਸਫਲਤਾ ਦਾ ਇੱਕ ਬਹੁਤ ਵੱਡਾ ਕਾਰਨ ਉਸ ਬੱਚੀ ਕੋਲੋਂ ਸਿੱਖਿਆ ਗਿਆ ਸਬਕ ਸੀ। ਯਾਨੀ ਦੋਸਤੋ, ਮਿਸਟਰ ਡਾਰਬੀ ਨੇ ਇੱਕ ਸਬਕ ਤੇ ਉਸ ਖੁਦਾਈ ਵਾਲੀ ਜਗ੍ਹਾ ਤੋਂ ਪ੍ਰਾਪਤ ਕੀਤਾ ਸੀ ਜਿੱਥੋਂ ਉਹਨਾਂ ਨੇ ਸੋਨੇ ਤੋਂ ਸਿਰਫ 3 ਫੁੱਟ ਉੱਪਰੋਂ ਹੀ ਖੁਦਾਈ ਬੰਦ ਕਰ ਦਿੱਤੀ ਸੀ, ਤੇ ਦੂਜਾ ਸਬਕ ਮਿਸਟਰ ਡਾਰਬੀ ਨੇ ਉਸ ਬਲੈਕ ਬੱਚੀ ਕੋਲੋਂ ਸਿੱਖਿਆ ਜਿਹੜੀ ਅੰਕਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨਾਂ ਕੋਲੋਂ 50 ਸੈਂਟ ਲੈ ਲੈਂਦੀ ਹੈ। ਯਾਨੀ ਇਹ 2 ਸਬਕ ਇਵੇਂ ਦੇ ਸਨ ਜਿਨ੍ਹਾਂ ਤੋਂ ਮਿਸਟਰ ਡਾਰਬੀ ਨੇ ਸਬਕ ਸਿੱਖਿਆ ਸੀ। ਤੇ ਮਿਸਟਰ ਡਾਰਬੀ ਨੇ ਦੱਸਿਆ ਕਿ ਹਰ ਵਾਰ ਜਦੋਂ ਵੀ ਸੰਭਾਵਿਤ ਗ੍ਰਾਹਕ ਮੈਨੂੰ ਟਾਲਣਾ ਚਾਹੁੰਦਾ ਸੀ ਅਤੇ ਮੇਰੇ ਕੋਲੋਂ ਬੀਮਾ ਖਰੀਦਣ ਤੋਂ ਮਨਾ ਕਰ ਦਿੰਦਾ ਸੀ ਤਾਂ ਮੈਨੂੰ ਉਸੇ ਪੁਰਾਣੀ ਮੇਲ ਅੰਦਰ ਖੜੀ ਉਹ ਬਲੈਕ ਬੱਚੀ ਯਾਦ ਆ ਜਾਂਦੀ ਸੀ ਜਿਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਵਿੱਚ ਅਵੱਗਿਆ ਸਾਫ਼ ਦਿਖ ਰਹੀ ਸੀ। ਇਹ ਯਾਦ ਕਰਦਿਆਂ ਹੀ ਮੈਂ ਆਪਣੇ ਆਪ ਨੂੰ ਕਹਿੰਦਾ ਸੀ, ਮੈਨੂੰ ਇਹ ਸੇਲ ਜ਼ਰੂਰ ਕਰਨੀ ਚਾਹੀਦੀ ਹੈ। ਮੇਰੀਆਂ ਜ਼ਿਆਦਾਤਰ ਸੇਲਾਂ ਉਦੋਂ ਹੀ ਹੋਈਆਂ ਜਦੋਂ ਲੋਕਾਂ ਨੇ ਨਾ ਕਿਹਾ ਹੈ। ਉਹਨਾਂ ਨੂੰ ਆਪਣੀਆਂ ਉਹ ਵੀ ਗਲਤੀਆਂ ਯਾਦ ਸਨ ਜਦੋਂ ਉਹ ਸੋਨੇ ਤੋਂ ਸਿਰਫ 3 ਕਦਮਾਂ ਦੇ ਫਾਸਲੇ ਉੱਪਰ ਰੁਕ ਗਏ ਸਨ ਅਤੇ ਉਹਨਾਂ ਨੇ ਮੈਦਾਨ ਛੱਡ ਦਿੱਤਾ ਅਤੇ ਹਾਰ ਮੰਨ ਲਈ ਸੀ। ਪਰੰਤੂ ਉਹਨਾਂ ਨੇ ਕਿਹਾ ਕਿ ਇਹ ਅਨੁਭਵ ਸ਼ਰਾਬ ਦੀ ਬਜਾਏ ਮੇਰੇ ਲਈ ਵਰਦਾਨ ਸਾਬਤ ਹੋਇਆ। ਇਸ ਨੇ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਜੁਟਿਆ ਰਿਹਾ ਜਾਏ, ਭਾਵੇਂ ਹਾਲਾਤ ਕਿੰਨੇ ਹੀ ਮੁਸ਼ਕਲ ਕਿਉਂ ਨਾ ਹੋ ਜਾਣ। ਕਿਸੇ ਵੀ ਖੇਤਰ ਵਿੱਚ ਸਫਲਤਾ ਹਾਸਲ ਕਰਨ ਤੋਂ ਪਹਿਲਾਂ ਮੈਨੂੰ ਇਹ ਸਬਕ ਸਿੱਖ ਲੈਣ ਦੀ ਜ਼ਰੂਰਤ ਸੀ। ਮਿਸਟਰ ਡਾਰਬੀ ਅਤੇ ਉਹਨਾਂ ਦੇ ਅੰਕਲ ਦੀ ਸੋਨੇ ਦੀ ਖੁਦਾਈ, ਬੱਚੀ ਅਤੇ ਅੰਕਲ ਦੀ ਝੜਪ ਦੀਆਂ ਕਹਾਣੀਆਂ ਬੇਸ਼ੱਕ ਸੈਂਕੜੇ ਜੀਵਨ ਬੀਮਾ ਏਜੰਟਾਂ ਵੱਲੋਂ ਪੜ੍ਹੀਆਂ ਜਾਣਗੀਆਂ ਅਤੇ ਇਹਨਾਂ ਸਾਰਿਆਂ ਨੂੰ ਇਹ ਲੇਖਕ ਦੱਸ ਦੇਣਾ ਚਾਹੁੰਦਾ ਹੈ ਕਿ ਇਹਨਾਂ ਦੋਨਾਂ ਅਨੁਭਵਾਂ ਕੋਲੋਂ ਸਬਕ ਸਿੱਖ ਕੇ ਹੀ ਡਾਰਬੀ ਹਰ ਸਾਲ $10 ਲੱਖ ਤੋਂ ਜ਼ਿਆਦਾ ਦਾ ਬੀਮਾ ਵੇਚ ਪਾਏ। ਮਿਸਟਰ ਡਾਰਬੀ ਦੇ ਅਨੁਭਵ ਸਧਾਰਨ ਸਨ ਅਤੇ ਰੋਜ਼ਾਨਾ ਦੇ ਜੀਵਨ ਅੰਦਰ ਇਹੋ ਜਿਹੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ, ਪਰੰਤੂ ਇਹਨਾਂ ਦੇ ਕਾਰਨ ਉਹਨਾਂ ਦੀ ਤਕਦੀਰ ਬਦਲ ਗਈ। ਇਸ ਲਈ ਇਹ ਅਨੁਭਵ ਉਹਨਾਂ ਲਈ ਜੀਵਨ ਦੇ ਅਨਮੋਲ ਤੋਹਫੇ ਸਾਬਤ ਹੋਏ। ਉਹਨਾਂ ਨੇ ਇਹਨਾਂ ਦੋਨਾਂ ਨਾਟਕੀ ਅਨੁਭਵਾਂ ਦਾ ਫਾਇਦਾ ਲਿਆ ਕਿਉਂਕਿ ਉਹਨਾਂ ਨੇ ਇਸ ਦਾ ਵਿਸ਼ਲੇਸ਼ਣ ਕੀਤਾ ਅਤੇ ਉਹਨਾਂ ਕੋਲੋਂ ਸਬਕ ਸਿੱਖਿਆ। ਪਰੰਤੂ ਉਸ ਆਦਮੀ ਦਾ ਕੀ ਹੋਵੇਗਾ ਜਿਸ ਕੋਲ ਅਸਫਲਤਾ ਦਾ ਵਿਸ਼ਲੇਸ਼ਣ ਕਰਨ ਲਈ ਨਾ ਤਾਂ ਸਮਾਂ ਹੈ ਤੇ ਨਾ ਹੀ ਇੱਛਾ ਹੈ? ਇਹੋ ਜਿਹੇ ਆਦਮੀ ਨੂੰ ਉਹ ਗਿਆਨ ਕਿੱਥੋਂ ਮਿਲੇਗਾ ਜਿਹੜਾ ਉਸ ਨੂੰ ਸਫਲਤਾ ਦੇ ਰਸਤੇ ਉੱਤੇ ਲਿਜਾ ਸਕਦਾ ਹੈ? ਉਹ ਆਦਮੀ ਕਿੱਥੋਂ ਅਤੇ ਕਿਵੇਂ ਹਾਰ ਨੂੰ ਅਵਸਰ ਦੀ ਪੌੜੀ ਵਿੱਚ ਬਦਲਣ ਦੀ ਕਲਾ ਸਿੱਖੇਗਾ? ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਇਹ ਪੁਸਤਕ ਲਿਖੀ ਗਈ ਹੈ। ਤੁਹਾਨੂੰ ਸਿਰਫ ਇੱਕ ਦਮਦਾਰ ਵਿਚਾਰ ਦੀ ਲੋੜ ਹੈ। ਜਵਾਬ ਵਿੱਚ 13 ਅਸੂਲਾਂ ਦਾ ਵਰਣਨ ਹੈ, ਪਰੰਤੂ ਇਸ ਨੂੰ ਪੜ੍ਹਨ ਵੇਲੇ ਇਹ ਯਾਦ ਰੱਖੋ ਕਿ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਖੋਜ ਰਹੇ ਹੋ ਉਹ ਤੁਹਾਨੂੰ ਆਪਣੇ ਹੀ ਮਸਤਿਸ਼ਕ ਵਿੱਚ ਮਿਲ ਸਕਦੇ ਹਨ। ਇਹ ਪੁਸਤਕ ਪੜ੍ਹਨ ਵੇਲੇ ਤੁਹਾਡੇ ਦਿਮਾਗ ਅੰਦਰ ਕੋਈ ਵਿਚਾਰ, ਯੋਜਨਾ ਜਾਂ ਨਿਸ਼ਾਨਾ ਅਚਨਚੇਤ ਹੀ ਉੱਭਰ ਸਕਦਾ ਹੈ। ਸਫਲਤਾ ਹਾਸਲ ਕਰਨ ਲਈ ਇਨਸਾਨ ਨੂੰ ਸਿਰਫ ਇੱਕ ਦਮਦਾਰ ਵਿਚਾਰ ਦੀ ਹੀ ਜ਼ਰੂਰਤ ਹੁੰਦੀ ਹੈ। ਇਸ ਪੁਸਤਕ ਵਿੱਚ ਦਿੱਤੇ ਗਏ ਅਸੂਲ ਇਹੋ ਜਿਹੇ ਤਰੀਕੇ ਤੇ ਨੁਸਖੇ ਦੱਸਦੇ ਹਨ ਜਿਨ੍ਹਾਂ ਦੇ ਪ੍ਰਯੋਗ ਨਾਲ ਉਪਯੋਗੀ ਵਿਚਾਰ ਉਤਪੰਨ ਹੋ ਸਕਦੇ ਹਨ। ਇਹਨਾਂ ਅਸੂਲਾਂ ਦੇ ਵਰਣਨ ਤੋਂ ਪਹਿਲਾਂ ਤੁਹਾਨੂੰ ਇਹ ਮਹੱਤਵਪੂਰਨ ਸੁਝਾਅ ਦੇ ਦਿੱਤੇ ਜਾਣੇ ਚਾਹੀਦੇ ਹਨ। ਜਦੋਂ ਦੌਲਤ ਆਉਂਦੀ ਹੈ ਤਾਂ ਇੰਨੀ ਤੇਜ਼ੀ ਨਾਲ ਆਉਂਦੀ ਹੈ ਅਤੇ ਇੰਨੀ ਜ਼ਿਆਦਾ ਆਉਂਦੀ ਹੈ ਕਿ ਆਦਮੀ ਹੈਰਾਨ ਹੋ ਜਾਂਦਾ ਹੈ ਕਿ ਗਰੀਬੀ ਦੇ ਇੰਨੇ ਸਾਲਾਂ ਵਿੱਚੋਂ ਕਿੱਥੇ ਲੁਕੀ ਹੋਈ ਸੀ। ਇਹ ਬਾਤ ਹੈਰਾਨ ਕਰਨ ਵਾਲੇ ਹਨ। ਇਹੀ ਨਹੀਂ, ਇਹ ਉਸ ਮਸ਼ਹੂਰ ਭਰੋਸੇ ਦੇ ਖਿਲਾਫ ਵੀ ਜਿਸ ਦਾ ਮੰਨਣਾ ਹੈ ਕਿ ਦੌਲਤ ਸਿਰਫ ਉਹਨਾਂ ਹੀ ਲੋਕਾਂ ਨੂੰ ਮਿਲਦੀ ਹੈ ਜਿਹੜੇ ਲੰਮੇ ਸਮੇਂ ਤੱਕ ਕਰੜੀ ਮਿਹਨਤ ਕਰਿਆ ਕਰਦੇ ਹਨ। ਜਦੋਂ ਤੁਸੀਂ ਸੋਚ ਕੇ ਅਮੀਰ ਬਣਨ ਦੀ ਸ਼ੁਰੂਆਤ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਦੌਲਤ ਮਾਨਸਿਕ ਅਵਸਥਾ ਨਾਲ, ਨਿਸ਼ਾਨੇ ਦੀ ਨਿਸ਼ਚਿਤਤਾ ਨਾਲ ਸ਼ੁਰੂ ਹੁੰਦੀ ਹੈ, ਭਾਵੇਂ ਉਸ ਵਿੱਚ ਕਰੜੀ ਮਿਹਨਤ ਹੋਵੇ ਜਾਂ ਨਾ। ਤੁਸੀਂ ਅਤੇ ਤੁਹਾਡੇ ਵਾਂਗ ਹਰ ਵਿਅਕਤੀ ਨੂੰ ਇਹ ਜਾਣਨ ਵਿੱਚ ਰੁਚੀ ਲੈਣੀ ਚਾਹੀਦੀ ਹੈ ਕਿ ਉਸ ਮਾਨਸਿਕ ਅਵਸਥਾ ਨੂੰ ਕਿਵੇਂ ਹਾਸਲ ਕੀਤਾ ਜਾਏ ਜਿਸ ਨਾਲ ਦੌਲਤ ਨੂੰ ਲੁਭਾਇਆ ਜਾ ਸਕੇ। ਮੈਂ 25 ਸਾਲ ਰਿਸਰਚ ਕਰਨ ਵਿੱਚ ਲਾਏ ਕਿਉਂਕਿ ਮੈਂ ਵੀ ਇਹ ਜਾਣਨਾ ਚਾਹੁੰਦਾ ਸੀ ਕਿ ਅਮੀਰ ਲੋਕ ਕਿਵੇਂ ਅਮੀਰ ਬਣਦੇ ਹਨ। ਬਹੁਤ ਗੌਰ ਨਾਲ ਦੇਖੋ, ਜਿਵੇਂ ਹੀ ਤੁਸੀਂ ਇਸ ਫਿਲਾਸਫੀ ਦੇ ਅਸੂਲਾਂ ਨੂੰ ਅਪਣਾ ਲਓਗੇ ਅਤੇ ਇਹਨਾਂ ਅਸੂਲਾਂ ਉੱਤੇ ਅਮਲ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲੱਗੋਗੇ, ਤੁਹਾਡੀ ਆਰਥਿਕ ਸਥਿਤੀ ਸੁਧਰਨ ਲੱਗੇਗੀ ਅਤੇ ਤੁਸੀਂ ਜਿਹੜੀ ਚੀਜ਼ ਨੂੰ ਵੀ ਛੂਹੋਗੇ ਉਹ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਣ ਲੱਗੇਗੀ। ਅਸੰਭਵ ਬਿਲਕੁਲ ਨਹੀਂ। ਮਨੁੱਖ ਜਾਤੀ ਦੀ ਇੱਕ ਖਾਸ ਕਮਜ਼ੋਰੀ ਇਹ ਹੈ ਕਿ ਔਸਤਨ ਆਦਮੀ ਅਸੰਭਵ ਸ਼ਬਦ ਦਾ ਪ੍ਰਯੋਗ ਬਹੁਤ ਕਰਦਾ ਹੈ। ਉਹ ਇਹੋ ਜਿਹੇ ਸਾਰੇ ਕੰਮਾਂ ਨੂੰ ਜਾਣਦਾ ਹੈ ਜਿਹੜੇ ਅਸੰਭਵ ਹਨ,
ਉਹ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਜਾਣਦਾ ਹੈ ਜਿਨ੍ਹਾਂ ਨੂੰ ਨਹੀਂ ਕੀਤਾ ਜਾ ਸਕਦਾ। ਇਹ ਪੁਸਤਕ ਇਹੋ ਜਿਹੇ ਲੋਕਾਂ ਲਈ ਹੀ ਲਿਖੀ ਗਈ ਹੈ ਜਿਹੜੇ ਇਹੋ ਜਿਹੇ ਨਿਯਮਾਂ ਨੂੰ ਜਾਣਨਾ ਚਾਹੁੰਦੇ ਹਨ ਜਿਨ੍ਹਾਂ ਨੇ ਦੂਜੇ ਲੋਕਾਂ ਨੂੰ ਸਫਲ ਬਣਾਇਆ ਹੈ ਅਤੇ ਜਿਹੜੇ ਇਹਨਾਂ ਨਿਯਮਾਂ ਉੱਪਰ ਚੱਲਣ ਲਈ ਆਪਣਾ ਸਾਰਾ ਕੁਝ ਦਾਅ ਉੱਤੇ ਲਗਾਉਣ ਦੇ ਚਾਹਵਾਨ ਹਨ। ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੇ ਸਫਲਤਾ ਬਾਰੇ ਸੁਚੇਤ ਹੁੰਦੇ ਹਨ ਤੇ ਅਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੇ ਅਸਫਲਤਾ ਬਾਰੇ ਜਾਣੂ ਹੁੰਦੇ ਹਨ। ਇਸ ਪੁਸਤਕ ਦਾ ਟੀਚਾ ਹੈ ਉਹਨਾਂ ਸਾਰੇ ਲੋਕਾਂ ਦੀ ਮਦਦ ਕਰਨਾ ਜਿਹੜੇ ਆਪਣੇ ਮਸਤਿਸ਼ਕ ਨੂੰ ਅਸਫਲਤਾ ਦੀ ਚੇਤਨਾ ਤੋਂ ਕੱਢ ਕੇ ਸਫਲਤਾ ਦੀ ਸੁਚੇਤਤਾ ਵੱਲ ਲੈ ਜਾਣਾ ਚਾਹੁੰਦੇ ਹਨ। ਜ਼ਿਆਦਾਤਰ ਲੋਕਾਂ ਵਿੱਚ ਇੱਕ ਹੋਰ ਕਮਜ਼ੋਰੀ ਹੁੰਦੀ ਹੈ। ਉਹਨਾਂ ਨੂੰ ਆਦਤ ਹੁੰਦੀ ਹੈ ਕਿ ਉਹ ਆਪਣੇ ਵਿਸ਼ਵਾਸਾਂ ਤੇ ਅਨੁਭਵਾਂ ਦੇ ਪੈਮਾਨੇ ਨਾਲ ਹਰ ਵਸਤੂ ਅਤੇ ਵਿਅਕਤੀ ਨੂੰ ਮਾਪਦੇ ਹਨ। ਇਸ ਨੂੰ ਪੜ੍ਹਨ ਵਾਲੇ ਕਈ ਲੋਕ ਤਾਂ ਇਹ ਵਿਸ਼ਵਾਸ ਕਰ ਰਹੇ ਹੋਣਗੇ ਕਿ ਉਹ ਸਿਰਫ ਸੋਚ ਕੇ ਅਮੀਰ ਨਹੀਂ ਬਣ ਸਕਦੇ ਕਿਉਂਕਿ ਉਹਨਾਂ ਦੀਆਂ ਚਿੰਤਨ ਕਰਨ ਦੀਆਂ ਆਦਤਾਂ ਗਰੀਬੀ, ਕਮੀਆਂ, ਦੁੱਖ, ਅਸਫਲਤਾ ਤੇ ਹਾਰ ਦੇ ਦਲਦਲ ਵਿੱਚ ਫਸੀਆਂ ਹੋਈਆਂ ਹਨ। ਇਹ ਬਦਕਿਸਮਤ ਲੋਕ ਮੈਨੂੰ ਉਸ ਪ੍ਰਸਿੱਧ ਚੀਨੀ ਵਿਅਕਤੀ ਦੀ ਯਾਦ ਦਿਲਾਉਂਦੇ ਹਨ ਜਿਹੜਾ ਅਮਰੀਕੀ ਤੌਰ ਤਰੀਕੇ ਸਿੱਖਣ ਲਈ ਅਮਰੀਕਾ ਆਇਆ ਸੀ। ਉਹ ਯੂਨੀਵਰਸਿਟੀ ਆਫ ਸ਼ਿਕਾਗੋ ਵਿੱਚ ਪੜ੍ਹਨ ਲੱਗਾ। ਇੱਕ ਦਿਨ ਪ੍ਰੈਜ਼ੀਡੈਂਟ ਹਾਰਪਰ ਉੱਥੇ ਇਸ ਨੌਜਵਾਨ ਨੂੰ ਮਿਲੇ ਅਤੇ ਉਸ ਨਾਲ ਕੁਝ ਦੇਰ ਗੱਲਾਂ ਕੀਤੀਆਂ। ਉਹਨਾਂ ਨੇ ਇਸ ਚੀਨੀ ਨੌਜਵਾਨ ਨੂੰ ਪੁੱਛਿਆ ਕਿ ਉਸਨੇ ਅਮਰੀਕੀ ਲੋਕਾਂ ਵਿੱਚ ਸਭ ਤੋਂ ਖਾਸ ਗੱਲਾਂ ਕੀ ਦੇਖੀਆਂ। ਉਸ ਨੌਜਵਾਨ ਨੇ ਜਵਾਬ ਦਿੱਤਾ, ਤੁਹਾਡੇ ਸਾਰਿਆਂ ਦੀਆਂ ਅੱਖਾਂ ਵਿਲੱਛਣ ਹਨ। ਅਮਰੀਕੀ ਲੋਕਾਂ ਦੀ ਇਹ ਗੱਲ ਮੈਨੂੰ ਸਭ ਤੋਂ ਖਾਸ ਲੱਗੀ ਕਿ ਤੁਹਾਡੇ ਸਾਰਿਆਂ ਦੀਆਂ ਅੱਖਾਂ ਅਨੋਖੀਆਂ ਹਨ। ਤੇ ਅਸੀਂ ਲੋਕ ਚੀਨ ਦੇ ਲੋਕਾਂ ਬਾਰੇ ਕੀ ਕਹਿੰਦੇ ਹਾਂ? ਜਿਸ ਚੀਜ਼ ਨੂੰ ਅਸੀਂ ਨਹੀਂ ਸਮਝ ਪਾਉਂਦੇ ਅਸੀਂ ਉਹਨਾਂ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੰਦੇ ਹਾਂ। ਅਸੀਂ ਮੂਰਖਤਾਪੂਰਵਕ ਇਹ ਵਿਸ਼ਵਾਸ ਕਰਦੇ ਹਾਂ ਕਿ ਸਾਡੀਆਂ ਸੀਮਾਵਾਂ ਹੀ ਸਾਡੀਆਂ ਸੀਮਾਵਾਂ ਦਾ ਸਹੀ ਪੈਮਾਨਾ ਹੈ। ਨਿਸ਼ਚਿਤ ਤੌਰ ਤੇ ਤੁਹਾਡੇ ਸਾਹਮਣੇ ਵਾਲੇ ਦੀਆਂ ਅੱਖਾਂ ਤੁਹਾਨੂੰ ਵਿਲੱਛਣ ਲੱਗਣਗੀਆਂ ਹੀ ਕਿਉਂਕਿ ਉਹ ਤੁਹਾਡੇ ਵਰਗੀਆਂ ਨਹੀਂ ਹਨ। ਅਸੰਭਵ ਫੋਰਡ V8 ਮੋਟਰ। ਦੋਸਤੋ, ਇਹ ਕਹਾਣੀ ਹੈ ਹੈਨਰੀ ਫੋਰਡ ਦੀ ਜਿਨ੍ਹਾਂ ਦੀਆਂ ਫੋਰਡ ਕੰਪਨੀ ਦੀਆਂ ਗੱਡੀਆਂ ਹਨ। ਜਦੋਂ ਹੈਨਰੀ ਫੋਰਡ ਨੇ ਆਪਣੀ ਪ੍ਰਸਿੱਧ V8 ਮੋਟਰ ਬਣਾਉਣ ਦਾ ਫੈਸਲਾ ਕੀਤਾ ਤਾਂ ਉਹਨਾਂ ਨੇ ਇੱਕ ਇਹੋ ਜਿਹਾ ਇੰਜਨ ਬਣਾਉਣ ਦਾ ਵਿਕਲਪ ਚੁਣਿਆ ਜਿਸ ਦੇ 8 ਸਿਲੰਡਰ ਇੱਕੋ ਹੀ ਬਲਾਕ ਵਿੱਚ ਹੋਣ। ਉਹਨਾਂ ਨੇ ਆਪਣੇ ਇੰਜੀਨੀਅਰਾਂ ਨੂੰ ਇਹੋ ਜਿਹਾ ਇੰਜਨ ਬਣਾਉਣ ਦਾ ਨਿਰਦੇਸ਼ ਦਿੱਤਾ। ਡਿਜ਼ਾਈਨ ਕਾਗਜ਼ ਉੱਤੇ ਆ ਗਿਆ ਪਰੰਤੂ ਸਾਰੇ ਇੰਜੀਨੀਅਰਾਂ ਦਾ ਕਹਿਣਾ ਕਿ 8 ਸਿਲੰਡਰ ਦੇ ਇੰਜਨ ਬਲਾਕ ਨੂੰ ਇੱਕੋ ਹੀ ਟੁਕੜੇ ਵਿੱਚ ਢਾਲਣਾ ਅਸੰਭਵ ਹੈ। ਫੋਰਡ ਨੇ ਕਿਹਾ, ਫਿਰ ਵੀ ਤੁਸੀਂ ਇਸ ਨੂੰ ਬਣਾਓ, ਪਰੰਤੂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਅਸੰਭਵ ਹੈ। ਕੰਮ ਸ਼ੁਰੂ ਕਰ ਦਿਓ, ਫੋਰਡ ਨੇ ਆਦੇਸ਼ ਦਿੱਤਾ, ਅਤੇ ਇਹ ਕੰਮ ਉਦੋਂ ਤੱਕ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਇਸ ਵਿੱਚ ਸਫਲਤਾ ਨਾ ਮਿਲ ਜਾਏ, ਚਾਹੇ ਇਸ ਵਿੱਚ ਕਿੰਨਾ ਵੀ ਵਕਤ ਕਿਉਂ ਨਾ ਲੱਗੇ। ਇੰਜੀਨੀਅਰਾਂ ਨੇ ਕੰਮ ਸ਼ੁਰੂ ਕਰ ਦਿੱਤਾ। ਜੇਕਰ ਉਹ ਫੋਰਡ ਦੀ ਨੌਕਰੀ ਅੰਦਰ ਬਣੇ ਰਹਿਣਾ ਚਾਹੁੰਦੇ ਸਨ ਤਾਂ ਉਹਨਾਂ ਕੋਲ ਕੋਈ ਦੂਜਾ ਵਿਕਲਪ ਨਹੀਂ ਸੀ। 6 ਮਹੀਨੇ ਗੁਜ਼ਰ ਗਏ ਪਰੰਤੂ ਕੁਝ ਵੀ ਨਹੀਂ ਹੋਇਆ। ਇਸ ਤੋਂ ਬਾਅਦ 6 ਮਹੀਨੇ ਹੋਰ ਗੁਜ਼ਰ ਗਏ ਅਤੇ ਫਿਰ ਵੀ ਕੁਝ ਨਹੀਂ ਹੋਇਆ। ਇੰਜੀਨੀਅਰਾਂ ਨੇ ਆਦੇਸ਼ ਦੀ ਪਾਲਣਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰੰਤੂ ਉਹ ਕੰਮ ਉਹਨਾਂ ਨੂੰ ਅਸੰਭਵ ਲੱਗ ਰਿਹਾ ਸੀ ਜਿਸ ਨੂੰ ਕੀਤੇ ਜਾਣਾ ਸੰਭਵ ਨਹੀਂ ਸੀ। 1 ਸਾਲ ਬਾਅਦ ਫੋਰਡ ਨੇ ਇੰਜੀਨੀਅਰਾਂ ਨੂੰ ਫੇਰ ਬੁਲਵਾਇਆ ਅਤੇ ਉਹਨਾਂ ਨੇ ਫੇਰ ਉਹੀ ਜਵਾਬ ਫੋਰਡ ਨੂੰ ਦਿੱਤਾ ਕਿ ਇਸ ਆਦੇਸ਼ ਨੂੰ ਪੂਰਾ ਕਰਨ ਦਾ ਕੋਈ ਤਰੀਕਾ ਉਹਨਾਂ ਨੂੰ ਨਹੀਂ ਸੁੱਝ ਰਿਹਾ। ਫੋਰਡ ਨੇ ਕਿਹਾ, ਕੰਮ ਜਾਰੀ ਰੱਖੋ, ਮੈਂ ਇਸ ਨੂੰ ਚਾਹੁੰਦਾ ਹਾਂ ਤੇ ਮੈਂ ਇਸ ਨੂੰ ਹਾਸਲ ਕਰਕੇ ਹੀ ਰਹਾਂਗਾ। ਉਹਨਾਂ ਨੇ ਕੰਮ ਜਾਰੀ ਰੱਖਿਆ। ਫਿਰ ਜਿਵੇਂ ਕਿਵੇਂ ਜਾਦੂ ਦੀ ਛੜੀ ਨਾਲ ਰਹੱਸ ਪ੍ਰਗਟ ਹੋ ਗਿਆ। ਫੋਰਡ ਦੀ ਲਗਨ ਇੱਕ ਵਾਰ ਫਿਰ ਜਿੱਤ ਗਈ। ਹੋ ਸਕਦਾ ਹੈ ਇਹ ਕਹਾਣੀ ਹਰਫ ਦਰ ਹਰਫ ਸੱਚ ਨਾ ਹੋਵੇ ਪਰੰਤੂ ਇਸ ਦਾ ਮੁੱਢਲਾ ਭਾਵ ਅਤੇ ਘਟਨਾਵਾਂ ਬਿਲਕੁਲ ਸਹੀ ਹਨ। ਜੇਕਰ ਤੁਸੀਂ ਇਸ ਨਾਲ ਨਤੀਜਾ ਕੱਢਣਾ ਚਾਹੁੰਦੇ ਹੋ ਤਾਂ ਇਸ ਨਾਲ ਇਹ ਨਤੀਜਾ ਕੱਢੋ ਕਿ ਤੁਸੀਂ ਵੀ ਸੋਚ ਕੇ ਅਮੀਰ ਬਣ ਸਕਦੇ ਹੋ ਅਤੇ ਤੁਸੀਂ ਵੀ ਫੋਰਡ ਦੀ ਕਰੋੜਾਂ ਡਾਲਰ ਦੀ ਅਮੀਰੀ ਦਾ ਰਹੱਸ ਜਾਣ ਸਕਦੇ ਹੋ। ਹੈਨਰੀ ਫੋਰਡ ਇਸ ਲਈ ਸਫਲ ਹੋਏ ਕਿਉਂਕਿ ਉਹਨਾਂ ਨੂੰ ਸਫਲਤਾ ਦੇ ਅਸੂਲ ਪਤਾ ਸਨ ਅਤੇ ਉਹਨਾਂ ਨੇ ਉਹਨਾਂ ਅਸੂਲਾਂ ਉੱਤੇ ਅਮਲ ਕੀਤਾ ਸੀ। ਇਹਨਾਂ ਵਿੱਚੋਂ ਇੱਕ ਹੈ ਇੱਛਾ, ਇਹ ਜਾਣਨਾ ਕਿ ਤੁਹਾਨੂੰ ਕੀ ਚਾਹੀਦਾ ਹੈ। ਪੜ੍ਹਨ ਸਮੇਂ ਫੋਰਡ ਦੀ ਕਹਾਣੀ ਯਾਦ ਰੱਖੋ ਅਤੇ ਉਹਨਾਂ ਪੰਕਤੀਆਂ ਨੂੰ ਦੁਹਰਾਓ ਜਿਨ੍ਹਾਂ ਵਿੱਚੋਂ ਉਹਨਾਂ ਦੀ ਅਜ਼ੀਮ ਉਪਲਬਧੀ ਦਾ ਰਹੱਸ ਦੱਸਿਆ ਗਿਆ ਹੈ। ਜੇਕਰ ਤੁਸੀਂ ਇਹੋ ਜਿਹਾ ਕਰ ਸਕਦੇ ਹੋ, ਜੇਕਰ ਤੁਸੀਂ ਉਹਨਾਂ ਅਸੂਲਾਂ ਉੱਤੇ ਉਂਗਲ ਰੱਖ ਸਕਦੇ ਹੋ ਜਿਨ੍ਹਾਂ ਦੀ ਵਜ੍ਹਾ ਕਾਰਨ ਹੈਨਰੀ ਫੋਰਡ ਅਮੀਰ ਬਣੇ ਤਾਂ ਤੁਸੀਂ ਵੀ ਉਹਨਾਂ ਦੀਆਂ ਉਪਲਬਧੀਆਂ ਦੀ ਬਰਾਬਰੀ ਕਰ ਸਕਦੇ ਹੋ ਭਾਵੇਂ ਤੁਸੀਂ ਕਿਸੇ ਵੀ ਪੇਸ਼ੇ ਜਾਂ ਰੁਜ਼ਗਾਰ ਵਿੱਚ ਹੋ। ਅਸੂਲ ਜਿਹੜੀ ਤੁਹਾਡੀ ਤਕਦੀਰ ਬਦਲ ਸਕਦੇ ਹਨ। ਹੁਣ ਅਸੀਂ ਇਹਨਾਂ ਅਸੂਲਾਂ ਵਿੱਚੋਂ ਪਹਿਲੇ ਅਸੂਲ ਨੂੰ ਪਰਖਣ ਲਈ ਤਿਆਰ ਹਾਂ। ਆਪਣੇ ਦਿਮਾਗ ਨੂੰ ਖੁੱਲ੍ਹਾ ਰੱਖੋ ਅਤੇ ਇਹ ਜਾਣ ਲਓ ਕਿ ਤੁਸੀਂ ਜੋ ਪੜ੍ਹ ਰਹੇ ਹੋ ਉਹ ਕਿਸੇ ਇੱਕ ਇਨਸਾਨ ਦੀ ਖੋਜ ਨਹੀਂ ਹੈ।
ਇਹ ਅਸੂਲ ਕਈ ਲੋਕਾਂ ਲਈ ਕੰਮ ਕਰ ਚੁੱਕੇ ਹਨ। ਤੁਸੀਂ ਵੀ ਆਪਣੇ ਫਾਇਦੇ ਲਈ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਇਹ ਕਰਨਾ ਆਸਾਨ ਲੱਗੇਗਾ, ਮੁਸ਼ਕਲ ਨਹੀਂ। ਨੈਪੋਲੀਅਨ ਹਿਲ ਕਹਿੰਦੇ ਹਨ ਕਿ ਕਈ ਸਾਲ ਪਹਿਲਾਂ ਮੈਂ ਵੈਸਟ ਵਰਜੀਨੀਆ ਦੇ ਸਲੇਮ ਕਾਲਜ ਵਿੱਚ ਇੱਕ ਲੈਕਚਰ ਦਿੱਤਾ ਸੀ। ਅਗਲੇ ਭਾਗ ਵਿੱਚ ਦਿੱਤੇ ਗਏ ਅਸੂਲ ਬਾਰੇ ਮੈਂ ਇੰਨੀ ਪ੍ਰਬਲਤਾ ਨਾਲ ਬੋਲਿਆ ਕਿ ਸਰੋਤਿਆਂ ਵਿੱਚੋਂ ਇੱਕ ਨੇ ਉਸ ਨੂੰ ਆਪਣੀ ਫਿਲਾਸਫੀ ਦਾ ਹਿੱਸਾ ਬਣਾ ਲਿਆ। ਉਹ ਨੌਜਵਾਨ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਅਤੇ ਫਰੈਂਕਲਿਨ ਡੀ ਰੂਜ਼ਵੈਲਟ ਸਰਕਾਰ ਅੰਦਰ ਇੱਕ ਮਹੱਤਵਪੂਰਨ ਅਹੁਦੇ ਉੱਪਰ ਪਹੁੰਚ ਗਿਆ। ਉਸਨੇ ਮੈਨੂੰ ਇੱਕ ਖਤ ਲਿਖਿਆ ਜਿਸ ਵਿੱਚ ਉਸਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਕਿ ਅਗਲੇ ਭਾਗ ਵਿੱਚ ਦੱਸੇ ਜਾਣ ਵਾਲੇ ਅਸੂਲ ਬਾਰੇ ਉਸਦੇ ਕੀ ਵਿਚਾਰ ਹਨ। ਇਸੇ ਵਜ੍ਹਾ ਨਾਲ ਮੈਂ ਉਸ ਦੇ ਖਤ ਨੂੰ ਪ੍ਰਕਾਸ਼ਿਤ ਕਰ ਰਿਹਾ ਹਾਂ ਤਾਂ ਕਿ ਇਹ ਅਗਲੇ ਭਾਗ ਦੀ ਭੂਮਿਕਾ ਦਾ ਕੰਮ ਕਰ ਸਕੇ। ਯਾਨੀ ਲੇਖਕ ਨੈਪੋਲੀਅਨ ਹਿਲ ਨੇ ਇੱਕ ਕਾਲਜ ਵਿੱਚ ਲੈਕਚਰ ਦਿੱਤਾ ਤੇ ਲੈਕਚਰ ਸੁਣ ਰਹੇ ਸਟੂਡੈਂਟਾਂ ਵਿੱਚੋਂ ਇੱਕ ਸਟੂਡੈਂਟ ਨੇ ਉਸ ਨੂੰ ਆਪਣੀ ਫਿਲਾਸਫੀ ਦਾ ਹਿੱਸਾ ਬਣਾ ਲਿਆ ਤੇ ਉਹ ਨੌਜਵਾਨ ਉਸ ਫਿਲਾਸਫੀ ਦੇ ਹਿੱਸੇ ਕਾਰਨ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਸੀ। ਤੇ ਉਹਨਾਂ ਨੇ ਫਿਰ ਲੇਖਕ ਨੂੰ ਚਿੱਠੀ ਲਿਖੀ ਜਿਹੜੀ ਕਿ ਹੁਣ ਇਸ ਪ੍ਰਕਾਰ ਹੈ। ਪਿਆਰੇ ਨੈਪੋਲੀਅਨ, ਪਾਰਲੀਮੈਂਟ ਮੈਂਬਰ ਦੇ ਤੌਰ ਤੇ ਸੇਵਾ ਕਰਦਿਆਂ ਮੈਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਨਾਲ ਸਮਝ ਪਾਇਆ ਹਾਂ। ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ ਜਿਹੜਾ ਹਜ਼ਾਰਾਂ ਲੋਕਾਂ ਦੀ ਮਦਦ ਕਰ ਸਕਦਾ ਹੈ। 1922 ਵਿੱਚ ਤੁਸੀਂ ਸਲੇਮ ਕਾਲਜ ਵਿੱਚ ਇੱਕ ਲੈਕਚਰ ਦਿੱਤਾ ਸੀ। ਉਦੋਂ ਮੈਂ ਉਸ ਕਾਲਜ ਅੰਦਰ ਪੜ੍ਹਦਾ ਸੀ। ਉਸ ਲੈਕਚਰ ਵਿੱਚ ਤੁਸੀਂ ਮੇਰੇ ਮਨ ਅੰਦਰ ਇੱਕ ਇਹੋ ਜਿਹੇ ਵਿਚਾਰ ਦਾ ਬੀਜ ਬੀਜਿਆ ਸੀ ਜਿਸ ਦੀ ਵਜ੍ਹਾ ਨਾਲ ਮੈਂ ਅੱਜ ਇੰਨਾ ਸਫਲ ਹੋ ਸਕਿਆ ਹਾਂ, ਜਿਸ ਦੀ ਵਜ੍ਹਾ ਨਾਲ ਮੈਂ ਅੱਜ ਇੰਨੇ ਸਾਰੇ ਲੋਕਾਂ ਦੀਆਂ ਸੇਵਾ ਕਰ ਪਾ ਰਿਹਾ ਹਾਂ ਅਤੇ ਜਿਸ ਦੀ ਵਜ੍ਹਾ ਨਾਲ ਹੀ ਮੈਂ ਭਵਿੱਖ ਵਿੱਚ ਵੀ ਸਫਲਤਾ ਪ੍ਰਾਪਤ ਕਰ ਸਕਾਂਗਾ। ਮੈਨੂੰ ਯਾਦ ਹੈ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ ਕਿ ਤੁਸੀਂ ਹੈਨਰੀ ਫੋਰਡ ਦੀ ਮਿਸਾਲ ਦਿੱਤੀ ਸੀ, ਜਿਨ੍ਹਾਂ ਦੇ ਕੋਲ ਜ਼ਿਆਦਾ ਸਿੱਖਿਆ ਨਹੀਂ ਸੀ, ਜਿਨ੍ਹਾਂ ਦੇ ਕੋਲ $1 ਵੀ ਨਹੀਂ ਸੀ, ਜਿਨ੍ਹਾਂ ਦੇ ਕੋਲ ਕੋਈ ਪ੍ਰਭਾਵਸ਼ਾਲੀ ਮਿੱਤਰ ਵੀ ਨਹੀਂ ਸੀ, ਪਰੰਤੂ ਇਹਨਾਂ ਸਾਰਿਆਂ ਦੇ ਬਾਵਜੂਦ ਉਹ ਸਫਲਤਾ ਦੀ ਟੀਸੀ ਉੱਤੇ ਪਹੁੰਚ ਗਏ। ਮੈਂ ਉਸੇ ਵੇਲੇ ਆਪਣਾ ਮਨ ਬਣਾ ਲਿਆ ਸੀ ਕਿ ਤੁਹਾਡੇ ਲੈਕਚਰ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਮੈਂ ਨਿਸ਼ਚੈ ਕਰ ਲਿਆ ਸੀ ਭਾਵੇਂ ਮੇਰੇ ਜੀਵਨ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਆਉਣ, ਮੈਂ ਉਹਨਾਂ ਸਾਰਿਆਂ ਨੂੰ ਪਾਰ ਕਰਕੇ ਸਫਲਤਾ ਪ੍ਰਾਪਤ ਕਰਾਂਗਾ। ਹਜ਼ਾਰਾਂ ਨੌਜਵਾਨ ਇਸ ਸਾਲ ਅਤੇ ਅੱਗੇ ਆਉਣ ਵਾਲੇ ਕੁਝ ਸਾਲਾਂ ਵਿੱਚ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਨਿਕਲਣਗੇ। ਉਹਨਾਂ ਵਿੱਚੋਂ ਹਰ ਇੱਕ ਨੂੰ ਪ੍ਰੈਕਟੀਕਲੀ ਹੱਲਾਸ਼ੇਰੀ ਦੇ ਉਂਝ ਹੀ ਸੁਨੇਹੇ ਦੀ ਲੋੜ ਹੋਵੇਗੀ ਜਿਵੇਂ ਦਾ ਸੁਨੇਹਾ ਮੈਨੂੰ ਤੁਹਾਡੇ ਕੋਲੋਂ ਮਿਲਿਆ ਸੀ। ਉਹ ਜਾਣਨਾ ਚਾਹਣਗੇ ਕਿ ਕਿਸ ਪਾਸੇ ਜਾਈਏ, ਕੀ ਕਰੀਏ ਤਾਂ ਜੋ ਜੀਵਨ ਵਿੱਚ ਸਫਲਤਾ ਉਹਨਾਂ ਦੇ ਪੈਰ ਚੁੰਮੇ। ਤੁਸੀਂ ਉਹਨਾਂ ਨੂੰ ਰਾਹ ਦੱਸ ਸਕਦੇ ਹੋ ਕਿਉਂਕਿ ਤੁਸੀਂ ਇੰਨੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਹੈ। ਅੱਜ ਅਮਰੀਕਾ ਅੰਦਰ ਇਹੋ ਜਿਹੇ ਹਜ਼ਾਰਾਂ ਲੋਕੀ ਹਨ ਜਿਹੜੇ ਇਹ ਜਾਣਨਾ ਚਾਹਣਗੇ ਕਿ ਵਿਚਾਰਾਂ ਨੂੰ ਦੌਲਤ ਵਿੱਚ ਕਿਸ ਤਰ੍ਹਾਂ ਬਦਲਿਆ ਜਾ ਸਕਦਾ ਹੈ, ਗਰੀਬੀ ਦੀ ਦਲਦਲ ਤੋਂ ਬਾਹਰ ਨਿਕਲ ਕੇ ਅਮੀਰੀ ਦੇ ਗਲੀਚਿਆਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਜੇਕਰ ਕੋਈ ਉਹਨਾਂ ਦੀ ਮਦਦ ਕਰ ਸਕਦਾ ਹੈ ਤਾਂ ਉਹ ਤੁਸੀਂ ਹੋ। ਜੇਕਰ ਤੁਸੀਂ ਇਹ ਪੁਸਤਕ ਪ੍ਰਕਾਸ਼ਿਤ ਕਰੋ ਤਾਂ ਮੈਂ ਇਸ ਦੀ ਪਹਿਲੀ ਕਾਪੀ ਖਰੀਦਣਾ ਚਾਹਾਂਗਾ ਜਿਸ ਉੱਪਰ ਤੁਹਾਡਾ ਆਟੋਗ੍ਰਾਫ ਹੋਵੇ। ਸੋ ਇਸ ਦੇ ਨਾਲ ਹੀ ਦੋਸਤੋ, ਲੇਖਕ ਵੱਲੋਂ ਕਿਤਾਬ ਬਾਰੇ ਕਹੀਆਂ ਗਈਆਂ ਸਾਰੀਆਂ ਗੱਲਾਂ ਤੇ ਇਹ ਮੁੱਖ ਬੰਦ ਜਿਹੜਾ ਹੁਣ ਤੱਕ ਆਪਾਂ ਸਮਝਿਆ ਹੈ, ਜਾਣਿਆ ਹੈ, ਇਸ ਦੇ ਨਾਲ ਇਹ ਖਤਮ ਹੁੰਦਾ ਹੈ। ਫਿਰ ਆਪਾਂ ਕੱਲ੍ਹ ਤੋਂ ਪਹਿਲੇ ਅਸੂਲ ਬਾਰੇ ਜਾਣਾਂਗੇ ਤੇ ਹੌਲੀ ਹੌਲੀ ਕਰਕੇ ਜਿਹੜੇ 13 ਅਸੂਲ ਨੇ, 13 ਅਧਿਆਏ ਨੇ, ਉਹਨਾਂ ਬਾਰੇ ਆਪਾਂ ਜਾਣਾਂਗੇ।